झूले लाल कलंदर बस्ती कलंदर झूले 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 लाल कलंदर बस्ती कलंदर सल्ले अला रसूलिहिल करीम अम्मा बाद फौज़ु बिल्लाहि मिनश शैतानिर रजीम बिस्मिल्लाहिर रहमानिर रहीम। जी हस्तोनीस ਦੇ ਵਿੱਚ ਅਸੀਂ ਆਪਣੇ तमाम ਮਹਿਮਾਨਾਂ ਨੂੰ ਹਾਜ਼ਰੀਨ ਨੂੰ ਨਏ ਸ਼ਾਮਲ ਹੋਣ ਵਾਲਿਆਂ ਨੂੰ ਖੁਸ਼ਾਮਦੀਦ ਕਹਿੰਦੇ ਆ। ਔਰ ਸਾਡੀ ਅੱਜ ਦੀ ਜਿਹੜੀ ਪੰਜਾਬੀ ਅਦਬੀ ਨਸ਼ਿਸਤ ਹੈ ਇਹ ਸੀਰੀਅਲ ਨੰਬਰ ਦੇ ਲਿਹਾਜ਼ ਨਾਲ ਨਵੀਂ ਨਸ਼ਿਸਤ ਹੈ। ਹਸਤੋਨੀਸ ਦੇ ਵਿੱਚ ਜਿਸ ਵੇਲੇ ਪੰਜਾਬੀ ਅਦਬੀ ਨਸ਼ਿਸਤਾਂ ਦਾ ਆਗਾਜ਼ ਹੋਇਆ ਔਰ ਹਸਤੋਨੀਸ ਦੀ ਤਰਫੋਂ ਇਹ ਪੰਜਾਬੀ ਦਾ ਇੱਕ ਸਿਲਸਿਲਾ ਸ਼ੁਰੂ ਕੀਤਾ ਨਸ਼ਿਸਤਾਂ ਦਾ ਕੌਸਰ ਸਾਹਿਬ ਦੀ ਰਹਿਨੁਮਾਈ ਦੇ ਵਿੱਚ ਔਰ ਇਹਨਾਂ ਦੇ ਹਦਾਇਤ ਦੇ ਅੰਦਰ। ਤੇ ਸਭ ਤੋਂ ਪਹਿਲੀ ਜਿਹੜੀ ਨਸ਼ਿਸਤ ਸੀ ਨਾ ਜੀ ਉਹ ਅਸੀਂ ਪੰਜਾਬੀ ਅਦਬ, ਪੰਜਾਬੀ ਜ਼ੁਬਾਨ, ਪੰਜਾਬ ਦੇ ਇਲਾਕੇ, ਬੋਲੀਆਂ ਤੇ ਪੰਜਾਬੀ ਅਦਬ ਦੀ ਤਾਰੀਖ ਦੇ ਹਵਾਲੇ ਨਾਲ ਉਹ ਤਾਰਫੀ ਨਸ਼ਿਸਤ ਸੀ ਜਿਹਦੇ ਵਿੱਚ ਅਸੀਂ ਪੰਜਾਬੀ ਅਦਬ ਦਾ ਔਰ ਪੰਜਾਬ ਦਾ ਤਾਰਫ ਪੇਸ਼ ਕੀਤਾ। ਨਾਲ ਥੋੜਾ ਜਿਹਾ ਬਾਬਾ ਫਰੀਦ ਦਾ ਵੀ ਪਹਿਲੀ ਨਸ਼ਿਸਤ ਵਿੱਚ ਤਜ਼ਕਰਾ ਕੀਤਾ ਸੀ ਤੇ ਫਿਰ ਇਹ ਇਰਾਦਾ ਕੀਤਾ ਸੀ ਕਿ ਦੂਸਰੀ ਨਸ਼ਿਸਤ ਜਿਹੜੀ ਅਸੀਂ ਮੁਕੰਮਲ ਤੌਰ ਤੇ ਬਾਬਾ ਫਰੀਦ ਉੱਤੇ ਕਰਾਂਗੇ। ਔਰ ਦੂਸਰੀ ਨਸ਼ਿਸਤ ਬਾਬਾ ਫਰੀਦ ਉੱਤੇ ਮੁਕੰਮਲ ਅਸੀਂ ਪੜ੍ਹੀ ਉਹਨਾਂ ਦਾ ਵਰਕ ਜਿਹੜਾ ਸੀ ਦੀਨੀ ਲਿਟਰੇਚਰ ਸਾਰਾ ਔਰ ਖਾਸ ਕਰ ਉਹਨਾਂ ਦੇ ਦੋੜੇ ਔਰ ਖਾਸ ਕਲਾਮ ਜਿਹੜਾ ਸੀ ਉਹ ਪੇਸ਼ ਕੀਤਾ। ਜਿਹਦੇ ਇੱਕ ਮੈਂ ਪੇਸ਼ ਕਰ ਦੇਣਾ ਕਿ ਕਾਲੇ ਮੇਂਢੇ ਕੱਪੜੇ ਤੇ ਕਾਲਾ ਮੇਢਾ ਵੇਸ ਮੈਂ ਗੁਨਾਹੋਂ ਭਰਿਆ ਤੇ ਲੋਕੀ ਕਹਿਣ ਦਰਵੇਸ਼। ਦੋ ਨਸ਼ਿਸਤਾਂ ਜਿਸ ਮੁਕੰਮਲ ਹੋ ਗਈਆਂ ਤੇ ਫਿਰ ਤੀਸਰੀ ਨਸ਼ਿਸਤ ਜਿਹੜੀ ਸੀ ਜੀ ਉਹ ਖਾਜਾ ਸ਼ਾਹ ਹੁਸੈਨ ਜਿਹੜੇ ਕਲਾਸਿਕ ਪੋਇਟਰੀ ਕਲਾਸਿਕ ਕੀ ਪੰਜਾਬੀ ਅਦਬ ਦੇ ਜਿਹੜੇ ਦੂਸਰੇ ਸੀਰੀਅਲ ਨੰਬਰ ਸੁਫਿਆਨਾ ਬਜ਼ੁਰਗਾਂ ਦੇ ਲਿਹਾਜ਼ ਨਾਲ ਤੇ ਉਹਨਾਂ ਦੇ ਉੱਤੇ ਅਸੀਂ ਇੱਕ ਨਸ਼ਿਸਤ ਕੀਤੀ ਜਿਹਦੇ ਵਿੱਚ ਉਹਨਾਂ ਦਾ ਸਾਰਾ ਕਲਾਮ ਜਿਹੜਾ ਅਸੀਂ ਪੜ੍ਹਿਆ ਔਰ ਸ਼ਾਹ ਹੁਸੈਨ ਕਹੇ ਨਮਾਨਾ ਮੈਂ ਨਹੀਂ ਸਭ ਤੂੰ ਇਹ ਸਾਰਾ ਉਹਨਾਂ ਦਾ ਲਿਟਰੇਚਰ ਦਾ ਨਿਚੋੜ ਸੀ। ਅੱਛਾ ਰੱਬਾ ਮੇਰੇ ਹਾਲ ਦਾ ਮਹਿਰਮ ਤੂੰ ਔਰ ਇਹ ਸਾਰਾ ਜਿਹੜਾ ਸੀ। ਫਿਰ ਇੱਕ ਨਸ਼ਿਸਤ ਅਸੀਂ ਕੀਤੀ ਤੇ ਉਹ ਸਾਨੂੰ ਖੁਦ ਹੀ ਅਹਿਸਾਸ ਹੋਇਆ ਕਿ ਜੀ ਅਸੀਂ ਨਾ ਇਹ ਮੁਕੰਮਲ ਤੌਰ ਤੇ ਇਹਨੂੰ ਪੇਸ਼ ਨਹੀਂ ਕਰ ਸਕੇ ਤੇ ਇਹ ਉਹਨਾਂ ਦੀ ਦੂਸਰੀ ਨਸ਼ਿਸਤ ਅਸੀਂ ਕਰਨੀ ਸੀ ਤੇ ਫਿਰ ਇੱਥੇ ਇਮਾਮ ਅਲੀ ਮੁਕਾਮ ਦਾ ਇੱਕ ਪ੍ਰੋਗਰਾਮ ਹੋਇਆ। ਇਹਨਾਂ ਨੇ ਹੁਕਮ ਕੀਤਾ ਹਸਤੋਨੀਸ ਸਾਰਿਆਂ ਕਿ ਜੀ ਇਮਾਮ ਅਲੀ ਮੁਹਰਮ ਦੇ ਯਾਮ ਦੀ ਵਜ੍ਹਾ ਤੋਂ ਉਹਦੇ ਵਿੱਚ ਵੀ ਕੌਸਰ ਸਾਹਿਬ ਨੇ ਹਾਜ਼ਰੀਨ ਨੂੰ ਵੀ ਬੁਲਾਇਆ। ਇਹਨਾਂ ਦੇ ਜਿਹੜੇ ਇੱਥੇ ਲਿਟਰੇਚਰ ਪੜ੍ਹਨ ਵਾਲੇ ਲੋਕ ਨੇ ਮੈਨੂੰ ਵੀ ਗੁਆਰੀ ਲਗਵਾਉਣ ਦਾ ਮੌਕਾ ਲੱਗਾ ਤੇ ਉਹ ਅਸੀਂ ਇਮਾਮ ਸਾਹਿਬ ਉੱਤੇ ਇੱਕ ਮੁਕੰਮਲ ਪ੍ਰੋਗਰਾਮ ਕੀਤਾ ਜਿਹੜਾ ਕਿ ਬੜਾ ਪਸੰਦ ਕੀਤਾ ਗਿਆ। ਉਸ ਤੋਂ ਬਾਅਦ ਜਿਹੜੀ ਚੌਥੀ ਨਸ਼ਿਸਤ ਸੀ ਜੀ ਉਹ ਖਾਜਾ ਸ਼ਾਹ ਹੁਸੈਨ ਤੇ ਅਸੀਂ ਮੁਕੰਮਲ ਤੌਰ ਤੇ ਕੀਤੀ ਜਿਹਦੇ ਵਿੱਚ ਮੋਹਸਿਨ ਗਿਲਾਨੀ ਸਾਹਿਬ ਨੇ ਵੀ ਕਲਾਮ ਪੜ੍ਹਿਆ ਦਿਲ ਅੜਿਆ ਬੇਪਰਵਾਹ ਦੇ ਨਾਲ ਉਸ ਦੀਨ ਦੁਨੀ ਦੇ ਸ਼ਾਹ ਦੇ ਨਾਲ ਉਹ ਸਾਰਾ ਇਹਨਾਂ ਨੇ ਵੀ ਸਭ ਕੁਛ ਹਿੱਸਾ ਪਾਇਆ ਤੇ ਚਾਰ ਨਸ਼ਿਸਤਾਂ ਮੁਕੰਮਲ ਹੋਈਆਂ ਤੇ ਉਸ ਤੋਂ ਬਾਅਦ ਅਗਲੇ ਜਿਹੜੇ ਕਲਾਸਿਕ ਪੋਇਟਸ ਆ ਜਿਹੜੀ ਸਾਡੀ ਪੰਜਵੀਂ ਔਰ ਛੇਵੀਂ ਨਸ਼ਿਸਤ ਸੀ ਉਹ ਹਜ਼ਰਤ ਸੈਯਦ ਆਰਿਫੀਨ ਹਜ਼ਰਤ ਸੁਲਤਾਨ ਬਾਹੂ ਦੇ ਉੱਤੇ ਅਸੀਂ ਪੇਸ਼ ਕੀਤੀ ਤੇ ਹਜ਼ਰਤ ਸੁਲਤਾਨ ਬਾਹੂ ਦਾ ਜਿਹੜਾ ਕਲਾਮ ਸੀ ਉਹ ਇੰਨਾ ਵਸੀ ਸੀ ਕਿ ਸਾਨੂੰ ਖੁਦ ਹੀ ਅਹਿਸਾਸ ਹੋਇਆ ਕਿ ਇੱਕ ਨਸ਼ਿਸਤ ਵਿੱਚ ਇਹ ਮੁਕੰਮਲ ਨਹੀਂ ਹੋ ਪਾ ਰਿਹਾ। ਫਿਰ ਦੋ ਨਸ਼ਿਸਤਾਂ ਹਜ਼ਰਤ ਸੁਲਤਾਨ ਬਾਹੂ ਤੇ ਕੀਤੀਆਂ ਤੇ ਹਜ਼ਰਤ ਸੁਲਤਾਨ ਬਾਹੂ ਦਾ ਵੀ ਕਲਾਮ ਬਹੁਤ ਹੀ ਉੱਚਾ ਔਰ ਹਾਈ ਲੈਵਲ ਤੇ ਸਮਝਣ ਵਾਲਾ ਔਰ ਪੜ੍ਹਨ ਵਾਲਾ ਪ੍ਰੋਗਰਾਮ ਸੀ ਕਲਾਮ ਹੈ ਜਿਹਨੂੰ ਕਿ ਪੇਸ਼ ਕੀਤਾ ਗਿਆ। ਉਸ ਤੋਂ ਬਾਅਦ ਸਾਡਾ ਜੀ ਜਿਹੜਾ ਸੀ ਨਾ ਸੱਤਵੀਂ ਨਸ਼ਿਸਤ ਜਿਹੜੀ ਹੋਈ ਉਹ ਐਤ ਸਿਲਸਿਲਾ ਚਿਸ਼ਤੀਆ ਦੇ ਵਿੱਚ ਸਾਡੇ ਇੱਕ ਮਹਿਮਾਨ ਸਨ ਡਾਕਟਰ ਤਨਵੀਰ ਅੰਜਮ ਸਾਹਿਬਾ। ਉਹਨਾਂ ਦਾ ਇੱਕ ਵਰਕ ਸੀ ਚਿਸ਼ਤੀਆ ਆਰਡਰ ਦੇ ਉੱਤੇ ਤੇ ਉਹਦੇ ਜੋ ਪੀਰ ਵਾਰਿਸ ਸ਼ਾਹ ਦਾ ਵੀ ਜ਼ਿਕਰ ਹੋਇਆ ਔਰ ਸਾਰਾ ਉਹਨਾਂ ਦਾ ਲਿਟਰੇਚਰ ਫਿਰ ਡਾਕਟਰ ਸਾਹਿਬ ਦਾ ਆਪਣਾ ਵਰਕ ਤਹਿਕੀਕ ਸਾਰੀ ਤੇ ਉਹਨਾਂ ਨੇ ਪੀਰ ਵਾਰਿਸ ਸ਼ਾਹ ਉੱਤੇ ਔਰ ਚਿਸ਼ਤੀਆ ਆਰਡਰ ਦਾ ਜਿਹੜਾ ਉਹਨਾਂ ਦਾ ਆਪਣਾ ਵਰਕ ਸੀ ਉਹਦੇ ਉੱਤੇ ਕੋਈ ਰੋਸ਼ਨੀ ਪਾਈ ਔਰ ਪੂਰਾ ਪ੍ਰੋਗਰਾਮ ਉਹਨਾਂ ਨੇ ਇੱਥੇ ਸਾਨੂੰ ਆਪਣਾ ਲਿਟਰੇਚਰ ਦਾ ਤਾਰਫ ਕਰਾਇਆ। ਉਸ ਤੋਂ ਬਾਅਦ ਜਨਾਬ ਜਿਹੜੀ ਸੱਤਵੀਂ ਨਸ਼ਿਸਤ ਜਿਹੜੀ ਕਿ ਪਿਛਲੀ ਨਸ਼ਿਸਤ ਸੀ ਸਾਡੀ ਅੱਠਵੀਂ ਜਿਹੜੀ ਸੀ ਉਹ ਸੀ ਹਜ਼ਰਤ ਬਾਬਾ ਬੁੱਲੇ ਸ਼ਾਹ ਉੱਤੇ ਔਰ ਉਹ ਮੈਂ ਸਮਝਣਾ ਕਿ ਸਾਨੂੰ ਮੌਕਾ ਲੱਗਾ ਬਾਬਾ ਬੁੱਲੇ ਸ਼ਾਹ ਦੇ ਉੱਤੇ ਕੋਈ ਕਲਾਮ ਪੜ੍ਹਨ ਦਾ ਤੇ ਉਹ ਅਸੀਂ ਥੋੜ੍ਹਾ ਜਿਹਾ ਪੇਸ਼ ਕੀਤਾ। ਪਰ ਬਾਬਾ ਬੁੱਲੇ ਸ਼ਾਹ ਦਾ ਕਲਾਮ ਇੰਨਾ ਫਿਰ ਕਹਿ ਲਓ ਮਿੱਠਾ ਔਰ ਇਹਨੂੰ ਸਮਝ ਲਓ ਸਮਝਣ ਵਾਲਾ ਕਲਾਮ ਸੀ ਕਿ ਉਹਦੇ ਵਿੱਚ ਫਿਰ ਅਸੀਂ ਉਹ ਸਾਨੂੰ ਆਪਦਾ ਪਰਵੀਨ ਦਾ ਜ਼ਿਕਰ ਕਰਨਾ ਪਿਆ ਕਿ ਤੇਰੇ ਇਸ਼ਕ ਨਚਾਇਆ ਕਰ ਥਈਆਂ ਥਈਆਂ ਤੇ ਕਿੱਥੋਂ ਸਿੰਧ ਤੋਂ ਚਲਦੀ ਹੋਈ ਜਿਸ ਪੰਜਾਬ 'ਚ ਦਾਖਲ ਹੋਈ ਤੇ ਉਹਨਾਂ ਫਿਰ ਬਾਬਾ ਬੁੱਲੇ ਸ਼ਾਹ ਦੇ ਕਲਾਮ ਨੂੰ ਸਿਲੈਕਟ ਕੀਤਾ ਔਰ ਇੱਥੇ ਉਹ ਤਾਰਫ ਉਹਨਾਂ ਦਾ ਬਣਿਆ। ਤੇ ਉਸ ਤੋਂ ਬਾਅਦ ਜਨਾਬ ਅੱਜ ਦਾ ਜਿਹੜਾ ਸਾਡਾ ਪ੍ਰੋਗਰਾਮ ਹੈ
ਉਹ ਪੀਰ ਵਾਰਿਸ ਸ਼ਾਹ ਦੇ ਉੱਤੇ ਹੈ, ਜਿਨ੍ਹਾਂ ਨੂੰ ਪੰਜਾਬੀ ਦਾ ਸ਼ੇਕਸਪੀਅਰ ਕਿਹਾ ਜਾਂਦਾ ਹੈ। ਔਰ ਮੈਂ ਥੋੜਾ ਜਿਹਾ ਪੜ੍ਹਨ ਦਾ ਮੌਕਾ ਲੱਗਾ ਤੇ ਉਹਦੇ ਵਿੱਚ ਵਾਕਈ ਮੈਨੂੰ ਇਹ ਅਹਿਸਾਸ ਹੋਇਆ ਕਿ ਜਿਹਨਾਂ ਲੋਕਾਂ ਨੇ ਉਹਨਾਂ ਨੂੰ ਪੰਜਾਬੀ ਦਾ ਸ਼ੇਕਸਪੀਅਰ ਕਿਹਾ ਹੈ, ਉਹ ਉਹਨਾਂ ਦੀ ਜਿਹੜੀ ਤਹਿਕੀਕ ਹੈ ਨਾ ਪੰਜਾਬੀ ਜ਼ੁਬਾਨ ਦੇ ਉੱਤੇ, ਜਾਂ ਉਹ ਉਹਨਾਂ ਦੇ ਲੋਕਲ ਜਿਹੜਾ ਵਿਜ਼ਿਟ ਸੀ ਪੂਰੇ ਪੰਜਾਬ ਦੇ ਉੱਤੇ, ਜਿੱਥੇ ਜਿੱਥੇ ਉਹ ਜਾਂਦੇ ਰਹੇ, ਤੇ ਉਹਨਾਂ ਨੇ ਪੰਜਾਬੀ ਕਲਚਰ ਨੂੰ ਅਸਲ ਰੰਗ 'ਚ ਪੇਸ਼ ਕੀਤਾ ਹੈ ਕਿ ਕਿਸ ਤਰ੍ਹਾਂ ਉਹ ਯਾਨੀ ਸਾਹੀਵਾਲ ਦਾ ਕਲਚਰ ਕੀ ਸੀ, ਕਸੂਰ ਦਾ ਕੀ ਸੀ, ਸਿਆਲ ਦਾ ਕੀ ਸੀ, ਉਹ ਕਿੱਥੋਂ ਚੱਲਿਆ, ਉਹ ਜਿਹੜਾ ਸੀ ਜੀ ਤਖਤ ਹਜ਼ਾਰੇ ਤੂੰ ਰਾਂਝਾ, ਤੇ ਫਿਰ ਉਹ ਹੀਰ ਦੇ ਪਿੱਛੇ ਗਿਆ, ਤੇ ਉਹ ਸਾਰੀ ਜਿਹੜੀ ਦਾਸਤਾਨ ਹੈ। ਇਹਦੀ ਜਿਹੜੀ ਸਭ ਤੋਂ ਅਹਿਮ ਗੱਲ ਹੈ ਨਾ, ਪਹਿਲੇ ਜਰਾ ਪੀਰ ਵਾਰਿਸ ਸ਼ਾਹ ਦੇ ਦੱਸ ਦਈਏ ਕਿ ਉਹਨਾਂ ਦਾ ਜਿਹੜਾ ਦੌਰ ਹੈ 1722 ਤੋਂ ਲੈ ਕੇ 1798 ਹੈ, ਤੇ 1722 ਵਿੱਚ ਪੈਦਾ ਹੋਏ ਨੇ। ਜੰਡਿਆਲਾ ਸ਼ੇਰ, ਇਹ ਸ਼ੇਖੂਪੁਰਾ ਪੁਰਾਣਾ ਜ਼ਿਲ੍ਹਾ ਗੁਜਰਾਂਵਾਲਾ ਸੀ ਉਸ ਵੇਲੇ, ਤੇ ਫਿਰ ਜਿਸ ਸ਼ੇਖੂਪੁਰਾ ਡਿਸਟ੍ਰਿਕਟ ਬਣਿਆ ਨਾ ਜੀ, ਤੇ ਅੱਜ ਕੱਲ੍ਹ ਉਹ ਸ਼ੇਖੂਪੁਰਾ ਦੇ ਵਿੱਚ ਉਹਨਾਂ ਦਾ ਮਜ਼ਾਰ ਉੱਥੇ ਯਾਨੀ ਮੌਜੂਦ ਹੈ, ਜਿੱਥੇ ਕਿ ਬਕਾਇਦਾ ਉਹਨਾਂ ਦਾ ਕਲਾਮ ਪੜ੍ਹਿਆ ਜਾਂਦਾ ਹੈ। ਉੱਥੇ ਮੁਕਾਬਲਾ ਹੁੰਦਾ ਹੀਰ ਵਾਰਿਸ ਸ਼ਾਹ ਦੇ ਕਲਾਮ ਦਾ, ਔਰ ਉੱਥੇ ਕਵਾਲੀਆਂ ਵੀ ਇਸ ਕਲਾਮ ਦੀਆਂ ਹੁੰਦੀਆਂ ਨੇ, ਔਰ ਤਰੰਨਮ ਨਾਲ ਪੜ੍ਹਨ ਦੇ ਵਿੱਚ ਉਸ ਇਲਾਕੇ ਦੇ ਬੰਦੇ ਬੜੇ ਯਾਨੀ ਉਹ ਮਹਾਰਤ ਰੱਖਦੇ ਨੇ ਇਹਨਾਂ ਦਾ ਜਨਾਬ। ਉਸ ਤੋਂ ਬਾਅਦ ਜਿਹੜੀ ਸਭ ਤੋਂ ਅਹਿਮ ਗੱਲ ਜਿਹੜੀ ਸ਼ੇਅਰ ਕਰਨਾ ਚਾਹੁੰਦੇ ਹਾਂ ਨਾ ਜੀ ਵਾਰਿਸ ਸ਼ਾਹ ਦੇ ਉੱਤੇ, ਉਹ ਹੈ ਕਿ ਇਹ ਜਿਹੜੀ ਹੀਰ ਵਾਰਿਸ ਸ਼ਾਹ ਹੈ ਨਾ, ਜਿਹੜਾ ਅਲੱਗ ਵਾਰਿਸ ਸ਼ਾਹ ਦੀ ਸਪੈਸ਼ਲਿਟੀ ਤੇ ਹੀਰ ਵਾਰਿਸ ਸ਼ਾਹ ਹੈ ਜਿਹੜਾ ਉਹਨਾਂ ਦਾ ਤਾਰਫ ਬਣੀ। ਲੇਕਿਨ ਹੀਰ ਵਾਰਿਸ ਸ਼ਾਹ ਦਾ ਜਿਹੜਾ ਕਿੱਸਾ ਹੈ, ਉਹ ਇਹਨਾਂ ਤੋਂ ਪਹਿਲੇ ਵੀ ਸੂਫੀਆ ਨੇ ਔਰ ਸ਼ੋਰਾ ਨੇ ਇਹਨੂੰ ਬਹੁਤ ਜ਼ਿਆਦਾ ਯਾਨੀ ਪੜ੍ਹਿਆ ਹੈ ਔਰ ਲਿਖਿਆ ਹੈ। ਜਿਹਦੇ ਵਿੱਚ ਜਿਹੜੀ ਸਭ ਤੋਂ ਪਹਿਲਾ ਰਵਾਇਤ ਜਿਹੜੀ ਹੈ ਨਾ ਜੀ, ਉਹ ਕਿ ਇਹ ਸਿਕੰਦਰ ਆਜ਼ਮ ਦੇ ਜ਼ਮਾਨੇ ਤੋਂ ਇਹ ਇੱਥੇ ਜਾ, ਕਿ ਸਿਕੰਦਰ ਆਜ਼ਮ ਦੇ ਸਾਥੀ ਜਿਸ ਉਹ ਆਇਆ ਨਾ ਇੱਥੇ 526 ਕਬਲ ਮਸੀਹ 'ਚ, ਤੇ ਉਹਦੇ ਨਾਲ ਉਹ ਜਿਸ ਵਾਪਸ ਗਿਆ ਤੇ ਉਹਦੇ ਨਾਲ ਕੁਝ ਲੋਕ ਸਨ, ਤੇ ਉਹ ਜੰਗ ਦੇ ਇਲਾਕੇ ਦੇ ਵਿੱਚ ਉਹ ਇੱਥੇ ਰਹਿ ਗਏ ਤੇ ਰਹਿਣਾ ਸ਼ੁਰੂ ਕਰ ਦਿੱਤਾ। ਤੇ ਉਹਨਾਂ ਨੇ ਫਿਰ ਉਹ ਐਸਾ ਦੇਵਤਾਵਾਂ ਦਾ ਔਰ ਮੂਰਤੀਆਂ ਦੀ ਪ੍ਰਸਤਿਸ਼ ਕਰਨ ਵਾਲੇ ਲੋਕ ਸਨ, ਦੇਵੀ ਦੇਵਤਾਵਾਂ ਦੀ, ਤੇ ਉੱਥੇ ਹੀਰਾ ਨਾਮੀ ਇੱਕ ਦਿਨਾਂ ਦੀ ਦੇਵੀ ਸੀ ਉਹਨਾਂ ਦੀ, ਜਿਹਦਾ ਉਹਨਾਂ ਨੇ ਕੋਈ ਮੰਦਰ ਸ਼ੰਦਰ ਵੀ ਬਣਾਇਆ। ਤੇ ਉਸਦੇ ਫਿਰ ਉਹਨਾਂ ਨੇ ਕਿਹਾ ਜੀ ਕਿ ਇਹ ਮੁਮਕਿਨ ਹੈ ਕਿ ਜਿੱਥੇ ਹੀਰ ਦਾ ਮਜ਼ਾਰ ਹੈ ਨਾ, ਮਾਈ ਹੀਰ ਦਾ ਜੰਗ ਦੇ ਵਿੱਚ, ਉਹਦੇ ਕਰੀਬ ਹੀ ਕੋਈ ਮੰਦਰ ਵੀ ਸੀ, ਤੇ ਉੱਥੇ ਉਹਦੇ ਨਾਂ ਦੀ ਕੋਈ ਮੂਰਤੀ ਵੀ ਜਿਹੜੀ ਹੈ ਪਈ ਰਹੀ, ਤੇ ਇਸ ਤਰ੍ਹਾਂ ਕਰਕੇ ਤੇ ਉਹ ਦਾਸਤਾਨ ਜਿਹੜੀ ਹੈ ਨਾ, ਉਹ ਲੋਕ ਜਿਹੜੇ ਸਨ ਨਾ ਯੂਨਾਨੀ, ਉਹ ਆਪਣੇ ਆਪ ਨੂੰ ਇਹ ਕਹਿੰਦੇ ਸਨ ਜੀ ਹੈ ਤੇ ਸੀ ਯੂਨਾਨੀ ਆ, ਲੇਕਿਨ ਇਸ ਤਰ੍ਹਾਂ ਉਹਨਾਂ ਦਾ ਕੋਈ ਮੰਦਰ ਮੂਰਤੀ ਵੀ ਹੈ ਸੀ। ਦੂਸਰੀ ਰਵਾਇਤ ਜਿਹੜੀ ਹੈ ਨਾ ਜੀ, ਉਹ 1499 ਵਿੱਚ ਹੈ ਕਿ ਬਹਿਲੂਲ ਲੋਧੀ ਜਿਹੜਾ ਹੈ ਨਾ, ਉਸ ਲਈ ਜਿਹੜਾ ਇੱਥੇ ਗਵਰਨਰ ਸੀ ਇਸ ਇਲਾਕੇ ਦਾ, ਉਹਦਾ ਇੱਕ ਸ਼ਾਇਰ ਸੀ ਹਰੀਦਾਸ ਹਰੀਆ। ਉਹ ਹਿੰਦੂ ਸ਼ਾਇਰ ਸੀ, ਤੇ ਉਹ ਨਾ ਉਹਨੇ ਵੀ ਕਲਾਮ ਇਹ ਜਿਹੜੀ ਨਾ ਕਹਾਣੀ ਹੀਰ ਰਾਂਝੇ ਦੀ ਉਹਨੇ ਹਿੰਦੀ ਵਿੱਚ ਲਿਖੀ ਸੀ। ਅੱਛਾ, ਕਿਉਂਕਿ ਇਲਾਕਾ ਪੰਜਾਬ ਦਾ ਸੀ, ਇਸ ਵਾਰ ਜ਼ਿਕਰ ਕਰ ਰਹੇ ਹਾਂ ਕਿ ਇੱਥੇ ਉਹਨਾਂ ਜਨਾਬ। ਤੀਸਰੀ ਰਵਾਇਤ ਜਿਹੜੀ ਹੈ, ਅਕਬਰ ਦੇ ਜ਼ਮਾਨੇ 'ਚ ਇੱਕ ਸ਼ਾਇਰ ਹੋਇਆ ਹੈ ਕੰਗ ਜੱਟ, ਨਾ ਸਰ ਭੱਟ, ਗੰਗ ਭੱਟ ਹੋਇਆ ਹੈ, ਉਹਨੇ ਵੀ ਹਿੰਦੀ ਵਿੱਚ ਇਹ ਜਿਹੜਾ ਨਾ ਹੀਰ ਰਾਂਝੇ ਦਾ ਕਿੱਸਾ ਉਹ ਪੜ੍ਹਦਾ ਰਿਹਾ ਔਰ ਲਿਖਦਾ ਰਿਹਾ। ਤੇ ਇਸ ਤਰ੍ਹਾਂ ਤੇ ਹੋਰ ਵੀ ਸ਼ਾਇਰ ਜਿਹੜੇ ਨੇ ਫਾਰਸੀ ਵਿੱਚ, ਸ਼ਾਹਜਹਾਂ ਦੇ ਦੌਰ ਵਿੱਚ ਸ਼ਾਇਰ ਸੀ ਸਈਦੀ ਸ਼ਾਇਰ ਸੀ ਫਾਰਸੀ ਦਾ, ਉਹਨੇ ਵੀ ਜਨਾਬ ਜਿਹੜਾ ਨਾ ਫਸਾਨਾ ਦਿਲ ਪਜ਼ੀਰ ਉਹਨੇ ਇੱਕ ਦਾਸਤਾਨ ਲਿਖੀ ਹੀਰ ਰਾਂਝੇ ਦੀ, ਇਹ ਉਹ ਫਾਰਸੀ ਵਿੱਚ ਸੀ, ਕਿਉਂਕਿ ਉਹ ਇਸ ਏਰੀਏ ਵਿੱਚ ਸੀ ਪੰਜਾਬ 'ਚ, ਇਸ ਵਾਰ ਅਸੀਂ ਉਹਦਾ ਜ਼ਿਕਰ ਕਰ ਰਹੇ ਹਾਂ। ਔਰ ਫਿਰ ਉਸ ਤੋਂ ਬਾਅਦ ਜੀ ਮਸਨਵੀ ਇਸ਼ਕੀਆ ਪੰਜਾਬ ਵੀ ਇਸ ਦਾਸਤਾਨ ਨੂੰ ਕਹਿੰਦੇ ਨੇ। ਹੀਰ ਰਾਂਝੇ ਦਾ ਜਿਹੜਾ ਕਿੱਸਾ ਹੈ ਨਾ, ਵਾਰਿਸ ਸ਼ਾਹ ਦੇ, ਹੀਰ ਵਾਰਿਸ ਸ਼ਾਹ ਤੋਂ ਪਹਿਲੇ ਇਹਦਾ ਨਾਂ ਜਿਹੜਾ ਸੀ ਉਹ ਮਸਨਵੀ ਇਸ਼ਕੀਆ ਪੰਜਾਬ ਸੀ, ਪੰਜਾਬ ਦੇ ਵਿੱਚ ਨਾ, ਹਾਂਜੀ। ਔਰ ਇਹ ਮੀਨਾ ਚਨਾਬੀ ਹੈ ਜੀ, ਮੀਤਾ ਚਨਾਬੀ ਜਿਹੜੇ ਨੇ ਜੀ, ਇਹ ਇੱਕ ਸ਼ਾਇਰ ਸਾਂ, ਔਰ ਇਹ ਹੀਰ ਮਾਹੀ ਦੇ ਕਿੱਸੇ ਨੂੰ ਬਿਆਨ ਕਰਦੇ ਸਾਂ। ਯਾਨੀ ਉਹ ਉਹ ਰਾਂਝਾ ਬਾਅਦ 'ਚ ਆਇਆ, ਪਹਿਲੇ ਹੀਰ ਮਾਹੀ ਸੀ। ਇਹ ਮਸਨਵੀ ਇਸ਼ਕੀਆ ਪੰਜਾਬ ਸੀ ਜੀ। ਔਰ ਇਹਦਾ ਜਿਹੜਾ ਨਾ ਇਹ ਹੀਰ ਵਾਰਿਸ ਸ਼ਾਹ ਦਾ, ਯਾਨੀ ਵਾਰਿਸ ਸ਼ਾਹ ਤੋਂ ਪਹਿਲੇ ਵੀ ਜਿਹੜਾ ਹੈ ਪੋਇਟਰੀ ਜਿਹੜੀ ਦੀ ਸ਼ਕਲ 'ਚ ਨਾ ਇਹ ਰਹੀ ਹੈ। ਅੱਛਾ, ਇਹ ਫਿਰ ਹੀਰ ਵਾਰਿਸ ਸ਼ਾਹ ਸਾਹਿਬ ਜਿਹੜੇ ਨੇ ਇਹ ਇੱਥੇ ਸ਼ੇਖੂਪੁਰਾ 'ਚ ਪੈਦਾ ਹੋਏ ਨੇ, ਔਰ ਇਹਨਾਂ ਦਾ ਜਿਹੜਾ ਸੀ ਨਾ ਜੀ ਇਬਤਦਾਈ ਤਾਲੀਮ ਉਹ ਕਸੂਰ ਵਿੱਚ ਹੈ, ਔਰ ਸਾਹੀਵਾਲ ਦੇ ਵਿੱਚ ਵੀ ਪੜ੍ਹਦੇ ਰਹੇ ਨੇ। ਔਰ ਜ਼ਿਲ੍ਹਾ ਸਾਹੀਵਾਲ ਦਾ ਜਿਹੜਾ ਪੁਰਾਣਾ ਨਾਂ ਹੈ ਨਾ ਜਿੱਥੇ ਰਹੇ ਨੇ, ਮਲਕਾ ਹਾਨਸ ਉਹਨੂੰ ਕਹਿੰਦੇ ਨੇ। ਹਾਂ, ਮਲਕਾ ਹਾਨਸ,
ਇਹ ਪੰਜਾਬੀ ਲਿਟਰੇਚਰ ਜਾਂ ਉਸ ਏਰੀਏ ਵਿੱਚ ਹੈ। ਔਰ ਜ਼ਿਲ੍ਹਾ ਸਾਹੀਵਾਲ ਦਾ ਜਿਹੜਾ ਸੀ ਨਾ ਜੀ ਪੁਰਾਣਾ ਨਾਮ। ਅੱਛਾ, ਇਹਦੇ ਬਾਅਦ ਜੀ ਉਹ ਜਿਹੜਾ ਨਾ ਆਪਣੇ ਵਾਲਿਦ ਕੋਲੋਂ ਕਸੂਰ ਵਿੱਚ ਰਹੇ, ਪਹਿਲੇ ਇਬਤਦਾਈ ਤਾਲੀਮ ਉੱਥੇ ਹਾਸਲ ਕੀਤੀ, ਤੇ ਫਿਰ ਉਹ ਬਾਬਾ ਫਰੀਦੁੱਦੀਨ ਮਸੂਦ ਗੰਜ ਸ਼ੱਕਰ ਜਿਹੜੇ ਕਿ ਚਿਸ਼ਤੀ ਸਿਲਸਿਲਿਆ ਦੇ ਔਰ ਸੂਫੀ ਅਦਬ ਦੇ ਸਭ ਤੋਂ ਵੱਡੇ ਸ਼ਾਇਰ ਔਰ ਬਾਨੀ ਨੇ, ਉਹਨਾਂ ਦੇ ਇਹ ਸਿਲਸਿਲੇ ਦੇ ਜਿਹੜੇ ਉਸ ਵੇਲੇ ਗੱਦੀ ਨਸ਼ੀਨ ਸਨ ਜਾਂ ਉਹਨਾਂ ਦੇ ਕੋਈ ਸ਼ਾਇਰ ਸਾਂ, ਸੌਰੀ ਖਲੀਫਾ ਸਾਂ, ਉਹਨਾਂ ਦੇ ਦਸਤੇ ਹੱਕ ਤੇ ਇਹਨਾਂ ਨੇ ਬੈਤ ਕੀਤੀ। ਹਾਂਜੀ, ਬਾਬਾ ਫਰੀਦ ਕੇ ਜੋ ਹੈ ਨਾ, ਉਹਨਾਂ ਦੇ ਜਿਹੜੇ ਖੁਲਫਾ ਦੇ ਵਿੱਚੋਂ ਜਾਂ ਉਹਨਾਂ ਦੀ ਔਲਾਦ ਵਿੱਚੋਂ ਜਿਹੜੇ ਉਸ ਵੇਲੇ ਗੱਦੀ ਨਸ਼ੀਨ ਸਨ, ਇਹਨਾਂ ਦੇ ਜ਼ਮਾਨੇ 'ਚ ਜਿਸ ਉੱਥੇ ਗਏ ਨੇ, ਉਹਨਾਂ ਦੇ ਮੁਰੀਦ ਹੋਏ। ਤੇ ਇਹ ਜਨਾਬ ਫਿਰ ਇਹਨਾਂ ਨੇ ਸਲੂਕ ਦੀਆਂ ਮੰਜ਼ਿਲਾਂ ਚਿਸ਼ਤੀਆ ਸਿਲਸਿਲੇ ਤੋਂ ਤੈਅ ਕੀਤੀਆਂ। ਇਹ ਇਹਨਾਂ ਦਾ ਸੀ ਰੂਹਾਨੀ ਔਰ ਜੋ ਮਾਮਲਾ ਸੀ। ਅੱਛਾ, ਜਿਹੜਾ ਨਾ ਜੀ ਅੱਗੋਂ ਇਹਨਾਂ ਦਾ ਕਲਾਮ ਹੁਣ ਉਹ ਬੜਾ ਮਸ਼ਹੂਰ ਹੋਇਆ, ਤੇ ਇਹਦੇ ਕੁਝ ਕਰੈਕਟਰ ਨੇ ਜਿਹੜੇ ਕਿ ਮੈਂ ਬਿਆਨ ਕਰ ਦੇਣਾ ਚਾਹੁੰਦਾ ਕਿ ਮੇਨ ਇਹ ਰੋਮਾਨਵੀ ਸ਼ਾਇਰ ਵੀ ਨੇ, ਇਹਨਾਂ ਨੂੰ ਕਿਹਾ ਜਾਂਦਾ ਹੈ ਕਿ ਮੁਹੱਬਤ ਕਰਨ ਵਾਲੇ ਸ਼ਾਇਰ। ਹੋ ਸਕਦਾ ਕਿ ਇਹਨਾਂ ਨੂੰ ਖੁਦ ਵੀ ਭਾਗ ਭਰੀ ਇਹਨਾਂ ਦੀ ਜਿਹੜੀ ਸੀ ਨਾ, ਜਿਹੜਾ ਕਰੈਕਟਰ ਹੈ ਹੀਰ ਦਾ ਅਸਲ ਨਾਮ ਭਾਗ ਭਰੀ ਸੀ, ਉਹਦੇ ਨਾਲ ਇਹਨਾਂ ਨੂੰ ਹੋ ਸਕਦਾ ਆਪ ਇਸ਼ਕ ਹੋਇਆ ਹੋਵੇ ਜਾਂ ਮੁਹੱਬਤ ਹੋਈ ਹੋਵੇ, ਜਾਂ ਤਖਯਲ ਦੇ ਵਿੱਚ ਇਹਨਾਂ ਨੇ ਫਿਰ ਉਹ ਉਸ ਕਰੈਕਟਰ ਨੂੰ ਉਜਾਗਰ ਕੀਤਾ। ਰਾਂਝਾ ਇਹਨਾਂ ਦਾ ਹੀਰੋ ਹੈ ਇਸ ਦਾਸਤਾਨ ਦਾ, ਔਰ ਉੱਥੋਂ ਤਖਤ ਹਜ਼ਾਰੇ ਤੋਂ ਚੱਲਦਾ ਹੈ ਤੇ ਫਿਰ ਇੱਥੇ ਆਉਂਦਾ ਹੈ, ਤੇ ਫਿਰ ਇਹਦੇ ਨਾਲ ਹੋ ਜਾਂਦਾ ਹੈ ਹੀਰ ਰਾਂਝਾ ਔਰ ਕੈਦੋ ਵਿਲਨ ਹੈ। ਔਰ ਕੈਦੋ ਵਿਲਨ ਦਾ ਉਹਨਾਂ ਨੇ ਕੰਪੈਰੀਜ਼ਨ ਕੀਤਾ ਹੈ ਮੋਰਖਾਂ ਨੇ ਔਰ ਜਿਹੜੇ ਨਕਾਦ ਨੇ, ਕਿ ਇਹਨਾਂ ਮਿਲਾਇਆ ਉਹਨੂੰ ਜੀ ਮਿਲਟਨ ਪੈਰਾਡਾਈਜ਼ ਲਾਸਟ ਦਾ ਜਿਹੜਾ ਵਿਲਨ ਹੈ ਨਾ, ਹਾਂ, ਉਹਦੇ ਨਾਲ। ਹਾਂਜੀ, ਔਰ ਇੱਕ ਉਸ ਤੋਂ ਵੱਡਾ ਸ਼ਾਇਰ ਹੈ, ਉਹ ਮੈਂ ਨੋਟ ਕੀਤਾ ਹੈ, 3-4 ਨੇ ਜਿਹਨਾਂ ਨਾਲ ਉਹਨੇ ਕੰਪੇਅਰ ਕੀਤਾ ਹੈ ਕਿ ਮਿਲਟਨ ਦਾ ਜਿਹੜਾ ਨਾ ਵਿਲਨ, ਉਹਦਾ ਵੀ ਸੈਟਨ, ਸ਼ੈਤਾਨ ਨੂੰ ਵੀ ਕਹਿੰਦੇ ਨੇ। ਅੱਛਾ, ਮਿਲਟਨ ਦਾ ਸੈਟਨ ਜਿਹੜਾ ਹੈ ਉਹ ਇਹਦਾ ਕੈਦੂ ਹੈ। ਔਰ ਇਕਬਾਲ ਦਾ ਜਿਹੜਾ ਇਬਲੀਸ ਹੈ ਨਾ, ਅਲਾਮਾ ਇਕਬਾਲ ਨੇ ਵੀ ਤੇ ਇਬਲੀਸ ਔਰ ਸਾਰੀਆਂ ਨਜ਼ਮਾਂ ਲਿਖੀਆਂ ਨੇ। ਇਕਬਾਲ ਦਾ ਇਬਲੀਸ ਇਹਨਾਂ ਦਾ ਕੈਦੋ, ਠੀਕ ਹੈ। ਔਰ ਸ਼ੇਕਸਪੀਅਰ ਦਾ ਅਯਾਗੋ ਹੈ। ਸ਼ੇਕਸਪੀਅਰ ਜਿਹੜਾ ਸੀ ਨਾ ਜੀ, ਉਹ ਵੀ ਡਰਾਮਾਟਿਸਟ ਸੀ, ਤੇ ਉਹਨੇ ਡਰਾਮੇ ਲਿਖੇ ਨੇ, ਤੇ ਉਹਦਾ ਜਿਹੜਾ ਵਿਲਨ ਸੀ ਨਾ, ਉਹਦਾ ਅਯਾਗੋ ਨਾਂ ਸੀ, ਇਹਦਾ ਵਿਲਨ ਕੈਦੋ ਹੈ। ਠੀਕ ਹੈ ਜੀ, ਇਹ ਚਾਰੇ ਵਿਲਨ ਦੇ ਕਿਰਦਾਰ ਨੇ ਜੀ। ਇਹ ਇੱਕ ਕੰਪੈਰੀਟਿਵ ਸਟੱਡੀ ਵੀ ਹੋਈ ਹੈ, ਤਾਂ ਹੀ ਇਹਨੂੰ ਸ਼ੇਕਸਪੀਅਰ ਕਿਹਾ ਗਿਆ ਪੰਜਾਬੀ ਅਦਬ ਦਾ। ਤੇ ਹੁਣ ਸ਼ੁਰੂ ਕਰੀਏ ਜੀ ਸ਼ਾਇਰੀ ਇਹਨਾਂ ਦੀ। ਇਹ ਥੋੜਾ ਜਿਹਾ ਤਖਤ ਹਜ਼ਾਰੇ ਦਾ, ਰਾਂਝਾ ਤਖਤ ਹਜ਼ਾਰੇ ਦਾ ਸੀ। ਤਖਤ ਹਜ਼ਾਰਾ ਜਿਹੜਾ ਨਾ, ਉਹ ਇੱਧਰ ਸਰਗੋਧੇ ਦੇ ਇਲਾਕੇ 'ਚ। ਮੈਂ ਰਾਂਝਾ ਤਖਤ ਹਜ਼ਾਰੇ ਦਾ ਸੁਣ ਹੀਰੇ ਨਹੀਂ, ਇਹ ਬੜਾ ਮਸ਼ਹੂਰ ਕਲਾਮ ਹੈ ਕਿਸੇ ਸ਼ਾਇਰ ਦਾ, ਵਾਰਿਸ ਸ਼ਾਹ ਤੋਂ ਇਲਾਵਾ। ਜੱਜ ਉਹ ਹੈ, ਤੁਸੀਂ ਇਹਦੇ ਸਾਡੇ ਨਾਲ ਆਓ ਨਾ। ਤਖਤ ਹਜ਼ਾਰਾ, ਤੇ ਉਹ ਜਨਾਬ ਫਿਰ ਇਹਨਾਂ ਨੇ ਜਨਾਬ ਬੜੀਆਂ ਨਾ ਸਟਾਰਟ ਜਿਹੜਾ ਨਾ ਜੀ ਇਹਨਾਂ ਦਾ ਸ਼ਾਇਰੀ ਦਾ, ਉਹ ਵੈਸੇ ਤਾਂ ਅਸੀਂ ਅੱਲਾ ਦੇ ਕਲਾਮ ਤੋਂ ਕਰਨੇ ਆ, ਜਿਹੜਾ ਇਬਤਦਾ ਹੈ, ਫਿਰ ਉਧਰ ਆਉਂਦੇ ਆ ਦੂਜਾ ਜਿਹੜਾ ਆਗਾਜ਼। ਕੋਈ ਕਾਵਿਸ਼ ਕੋਈ ਸਮਝ ਆ ਰਹੀ ਜਨਾਬ? ਅੱਛਾ ਜਨਾਬ, ਇਸ ਤੋਂ ਬਾਅਦ ਨਾ ਜਿਹੜਾ ਉਹਨਾਂ ਦਾ ਕਲਾਮ ਹੈ, ਉਹਦੇ ਵਿੱਚ तमाम सूफिया ਦਾ ਕਲਾਮ ਜਿਹੜਾ ਅਸੀਂ ਪੇਸ਼ ਕੀਤਾ ਹੈ, ਉਹ ਸਭ ਖੂਬੀ ਹੈ ਕਿ ਉਹ ਅੱਲਾ ਵਾਹ ਦੇ ਬਜ਼ੁਰਗ ਨਾਲ ਆਪਣੀ ਨਿਸਬਤ ਨੂੰ ਜੋੜਦੇ ਨੇ, ਜਿਹੜੀ ਕਿ ਹਰ ਮੁਸਲਮਾਨ ਨੂੰ ਹੀ ਇਹੀ ਹੁਕਮ ਹੈ। ਤੇ ਉਹ ਹੈ ਕਿ ਕਲਾਮ ਸ਼ੁਰੂ ਇੱਥੋਂ ਹੁੰਦਾ ਜੀ, ਦਰ ਸਿਫਤ ਹਕ ਸੁਬਹਾਨਾ, ਕਿ ਅੱਲਾਹ ਤਾਲਾ ਦੇ ਨਾ ਸਿਫਤ ਸਭ ਤੋਂ ਪਹਿਲੇ ਬਿਆਨ ਕਰਦੇ ਨੇ। ਉਹ ਕਹਿੰਦੇ ਨੇ ਅਵਲ ਹਮਦ ਖੁਦਾ ਦਾ ਵਿਦ ਕੀਜੀਏ, इश्क कीता सू जग दा मोल मियाँ, पहले आप ही रब ने इश्क कीता, मशूक है नबी रसूल मियाँ। इश्क पीर फकीर दा मर्तबा है, मर्द इश्क दा भला रंजोल मियाँ। खुले तना दे बाग कलूब अंदर, जिन्हां कीता इश्क कबूल मियाँ। वो कहते ने जी जिन्हां ने दिल तो कबूल किया ना, उन्होंने अल्लाह फिर अता करता है। ਇਹ ਜੀ ਉਹਨਾਂ ਨੇ ਪਹਿਲੇ ਤਾਂ ਅੱਲਾਹ ਤਾਲਾ ਦੀ ਸ਼ਾਨ ਦੇ ਵਿੱਚ ਇਹ ਹਮਦ ਬਾਰੀ ਤਾਲਾ ਲਿਖੀ, ਤੇ ਉਸ ਤੋਂ ਬਾਅਦ ਨਾਤੇ ਰਸੂਲ ਮਕਬੂਲ ਦੇ ਵੀ 2-3 ਸ਼ੇਰ ਨੇ ਜਿਹੜੇ ਕਿ ਪੇਸ਼ ਕਰਨਾ ਚਾਹੁੰਦੇ ਆ। ਦੋਈ ਨਾਤ ਰਸੂਲ ਮਕਬੂਲ ਵਾਲੀ, ਜਿੰਦੇ ਹਕ ਨਜ਼ੂਲ ਲੋਲਾਕ ਕੀਤਾ, ਹਾਕੀ ਆਕ ਕੇ ਮਰਤਬਾ ਵੱਡਾ ਦਿੱਤਾ, ਸਭ ਹਲਕ ਦੇ ਐਬ ਥੀ ਪਾਕ ਕੀਤਾ। ਸਰਵਰ ਹੋਏ ਕਿ ਔਲੀਆਂ ਅੰਬੀਆਂ ਦਾ, ਅੱਗੇ ਹੱਕ ਦੇ ਆਪ ਨੂੰ ਹੱਕ ਕੀਤਾ। ਕਰੇ ਉਮਤੀ ਉਮਤੀ ਰੋਜ਼ੇ ਕਿਆਮਤ,
खुशी छड़ के ज्यों गमनाक कीता। ਇਹਦਾ ਮਤਲਬ ਹੈ ਜੀ ਖੁਸ਼ੀ ਛੱਡ ਕੇ ਜਿਉਂ ਗਮਨਾਕ ਕੀਤਾ ਕਿ ਸ਼ਫਾਅਤ ਸਰਕਾਰ ਨੇ ਕਰਨੀ ਹੈ। ਕੋਈ ਕਿੰਨਾ ਵੀ ਗਮਗੀਨ ਔਰ ਪਰੇਸ਼ਾਨ ਹੋਵੇਗਾ ਨਾ ਤੇ ਉਹ ਕਵਾਲੀ ਹੈ ਨਾ ਉਹਨਾਂ ਦੀ ਗੁਲਾਮ ਫਰੀਦ ਸਾਬਰੀ ਸਾਹਿਬ ਦੀ ਔਰ ਮਕਬੂਲ ਸਾਬਰੀ ਸਾਹਿਬ ਦੀ कि हशर में उनको देखेंगे जिस दिन उम्मती ये कहेंगे खुशी से आ रहे हैं वो देखो मोहम्मद जिनके कांधे पे कमली है काली। ये जनाब खुदा का जिक्र हो गया, फिर सरकार का जिक्र हो गया। अगे वो चार ਜਿਹੜੇ यार ने ना जी खुलफाए राशिदीन उन्हों का जिक्र वारिस शाह करते हैं कि चारे यार रसूल दे चार गोहर सभा एक थी एक चड़ेंदड़े ने यानी एक तो वध के ने अबू बकर ते उमर उस्मान अली आपो अपने गिने सो हैंदड़े ने जिन्हां सिदक यकीन तहकीक कीता राहे रब दे सीस वकेंदड़े ने जोक छड़ के जिन्हां ने ज़हद कीता वाह वाह ओ रब दे बंदड़े ने। कहने जी अल्लाह दे बंदे ने उन्होंने क्योंकि सरकार ने इश्क कीता है ते उन्होंने मुकाम मरतबा अल्लाह ने अता कर दिता। फिर जनाब वो सरकार पीरा ने पीर शेख अब्दुल कादिर जिलानी दे ये भी यानी मोहब्बत वाले ने हाँ तो वो कहते ने मद्दा पीर दी हब दे नाल कीजिए सॉरी हुब नाल मद्दा पीर दी हुब दे नाल कीजिए जिंदे हादमा दे विच प्यारियां नी बाज ऐस जनाब दे पार नहीं लख लख ढूंढदे फिरन फकीरियां नहीं ਜਿਹੜੇ ਪੀਰ ਦੇ ਮਹਿਰ ਮਨਜ਼ੂਰ ਹੋਏ ਘਰ ਤਿਨਾਂ ਦੇ ਪੈਰੀਆਂ ਮੀਰੀਆਂ ਨਹੀਂ ਤੇ ਰੋਜ਼ੇ ਹਸ਼ਰ ਦੇ ਪੀਰ ਦੇ ਤਾਲਬਾਂ ਨੂੰ ਹੱਥ ਸਜੜੇ ਮਿਲਣ ਗੀਆਂ ਚੀਰੀਆਂ ਨਹੀਂ। ਉਹ ਕਹਿੰਦੇ ਜੀ ਸਾਰਾ ਜਾਨ ਹੀ ਜਿਹੜਾ ਉਹਨਾਂ ਦਾ ਉਹ ਉਹਨਾਂ ਨੂੰ ਮਿਲ ਜਾਣਾ ਹੈ ਜਿਨ੍ਹਾਂ ਨੇ ਪੀਰਾਂ ਨੇ ਪੀਰ ਦੀ ਤਾਬੇਦਾਰੀ ਕੀਤੀ ਜਾਂ ਨਿਸਬਤ ਜਿਨ੍ਹਾਂ ਨੂੰ ਹਾਸਲ ਹੋ ਗਈ। ਫਿਰ ਜਨਾਬ ਦਰਬਰਾ ਮਦਾ ਹਜ਼ਰਤ ਬਾਬਾ ਫਰੀਦੁद्दीन गंजे शकर हाँ बाबा पीर वारिस शाह कहते ने क्योंकि वो सिलसिला है ना जी बाबा फरीद के सिलसिले च बैत होए सा और बाबा फरीद दे ही अगों खुलफा और खानदान दे ओ मुरीद सा तो वो फिर उन्होंने सारा कलाम लिखा ना तो जाहिर है फिर दरमदा हजरत बाबा फरीद गंजे शकर गोयद ये टाइटल है। कहते ने जी मौदूद दा लाडला पीर चिश्ती पीर चिश्ती मदूद दा लाडला पीर चिश्ती शकरगंज मसूद भरपूर है जी खानदान विच चिश्त दे कामलियत शहर फकर दा पतन मामूर है जी 22 ही कुतबा विच पीरे कामल यानी वो 22 उन्हां दे जिहड़े बुजुर्ग सन शायद 22 सिलसिला होना है 22 कुतबा विच पीरे कामल जुनेदी आजजी जहद मंजूर है जी शकरगंज ने आन मकान कीता दुख दर्द पंजाब दा दूर है जी। वो कहते जिस वे बाबा फरीद गंजे शकर ने इत्थे आके डेरा लाया ना जी पाकपतन दे अंदर ते फिर इत्थों परेशानियां ते जो भी ऐसा ओ दूर हो गईयां। ये जनाब उन्होंने बाबा फरीद का भी जनाब बयान करता। अगे जनाब ओ हुण वजह लिखण लगे ने कि हीर रांझा मैं किस तरह शुरू की दर तसनीफ किस्सा हीर रांझा कि वो अपनी जुबान में बयान कर रहे ने कहते ने यारा असां नू आन सवाल किया ने कोई दोस्त मेरे को आए तो उन्हें मैनू आख्या यारा असां नू आन सवाल किया इश्क हीर दा नवा बनाइए जी कि कोई नवा ना कोई कलाम बनाओ या कोई अपना नगमा या कोई अफसाना पेश करो। यारा असां नू आन सवाल किया इश्क हीर दा नवा बनाइए जी ऐस प्रेम दी जोक दा सब किस्सा जेठ सोनी नाल सुनाइए जी सॉरी ऐस प्रेम दी जोक दा सब किस्सा जीब सोनी नाल सुनाइए जी नाल अजब बहार दे शेर कह के रांझे हीर दा मेल मिलाइए जी यारा नाल मजालसा विच बह के मजा हीर दे इश्क दा पाइए जी। ये जनाब उन्होंने ना वो फिर उन्होंने कहा जी मैनू किसी ने क्या है या दोस्तों ने कहा कि कोई अपनी दास्तान बनाइए तो फिर वो मैं तां शुरू की तो जी अगों कहते ने कि हुक्म मन के सजना प्यारियां दा
हाँ शाह जी जिसे कोई सवाल करते हैं ना, हुक्म मन के सजना प्यारियां दा किस्सा अजब बहार दा जोड़िया है। किस्सा सॉरी हुक्म मन के सजना प्यारियां दा किस्सा अजब बहार दा जोड़िया है। फिकरा जोड़ के खूब दुरुस्त कीता नवा फुल गुलाब दा तोड़िया है। बहुत बहुत जियो दे विच तदबीर करके फरहाद पहाड़ नु फोड़िया है। सबा वन के जेब बना दिता जिया अतर गुलाब निचोड़िया है। कहते जी किस्सा इंज बन गया है जिस तरह फरहाद ने नहर खोदी सी ते असी गुलाब निचोड़ दिता है। ये जनाब अगे फिर शायर बयान करते ने हुण कहानी शुरू होने लगी है जी कि एक तख्त हजारियों गल कीजिए जिथे रांझिया रंग मचाया है। हाँ तख्त हजारा होता सी ना जी पिंड। एक तख्त हजारियों गल कीजिए जिथे रांझिया रंग मचाया है। छील गबरू मस्त अर बेलड़े ने, हाँ वो जवाना दी हुण तारीफ कर रहे ने। झील गबरू मस्त अर बेलड़े ने सुंदर एक थी एक सवाया है। वाले को कले मंदरे मुझ लंगी नवा ठाठ ते ठाठ चढ़ाया है। कही सिफत हजारे दी आख सका गोया बहिश्त जमीन ते आया है। वो कहते ने तख्त हजारे दे जिहड़े जवान ने ना जिहड़े रांझे ने वो इन्ने खूबसूरत ने कि इंज लगता है जन्नत दे जवान जिहड़े ने इत्थे आ गए ने। बहुत जबरदस्त जनाब स्टार्ट लिया ना। एक तख्त हजारियों गल कीजिए जिथे रांझिया रंग मचाया है। झील गबरू मस्त अर बेलड़े ने सुंदर एक थी एक सवाया है। वाले को कले मंदरे मुझ लंगी तवा ठाठ ते ठाठ चढ़ाया है। कही सिफत हजार दी आख सका गोया बहश जमीन ते आया है। ये जनाब वो सिर्फ रांझे की तारीफ ही नहीं कर रहे ना रांझिया की बरादरी की कर रहे हैं बल्कि ਜਿਹੜੇ पंजाब के जवान ने ना गबरू ये उन्होंने सलाम पेश कर रहे हैं भाई तुसी भाई इस तरह हो ते ये बड़ा उन्होंने ਇਹਦੇ ਵਿੱਚ भी एक और जगह भी आया है जी कि अच्छा ये जनाब इन्हों का ना स्टार्ट सी इन्हों का लेकिन उस तो भी पहला की गाल है एक जी गल है ना बड़ी इंपॉर्टेंट है कि वो जिसले लिख रहे सन ना अपनी हीर वारिस शाह ਤੇ ਉਹਨਾਂ ਨੇ ਉਹਦੇ ਅੰਦਰ ਨਾ ਲਿਖਿਆ ਹੈ ਕਿ ਜਦ ਕਦੋਂ ਮੈਂ ਸ਼ੁਰੂ ਕੀਤੀ ਹੈ ਤੇ ਮੈਂ ਕਦੋਂ ਹਾਂ ਉਹ ਕਹਿੰਦੇ ਨੇ ਸਨ 1180 ਬਨੀ ਹਿਜਰੀ ਸ਼ਾਇਰੀ ਵਿੱਚ ਸਨ 1180 ਬਨੀ ਹਿਜਰੀ ਲੰਮੀ ਦੇਸ ਦੇ ਵਿੱਚ ਤਿਆਰ ਹੋਈ 1853 ਸਿਮਤਾਂ ਦੀ ਰਾਜੇ ਬਕਰਮਾ ਜੀਤ ਦੀ ਸਾਰ ਹੋਈ ਜਦੋਂ ਦੇਸ ਦੇ ਜੱਟ ਸਰਦਾਰ ਆਏ घरों घरी जान सरकार हुई अशराफ खराब कमीन ताजा जमींदार नु वड्डी बहार हुई चोर चौधरी यार नी पाक दामन भूत मंडली एक थी चार हुई वारिस जिन्हां ने आख्या पाक कलमा बेड़ी तिना दी आकबत पार हुई। वो कहते जी वो कहते ने जी कि उस जमाना सी इन्हां दा लड़ाई हुई सी जी सिखां दी और अंग्रेज़ों की भी ठीक है तो ਉਹਦੇ ਵਿੱਚ ਨਾ ਫਿਰ राजा रजीत सिंह जिस ਬਣਿਆ ਨਾ ਇੱਥੇ ਦਾ ਹਾਕਮ ਹਾਂ ਤੇ ਉਹ ਕਹਿੰਦੇ ਨੇ ਕਿ ਉਹਨਾਂ ਦੀ ਹਕੂਮਤ ਆਈ ਤੇ ਇਹ ਜਿਹੜੇ ਆਮ ਬੰਦੇ ਸਨ ਇਹਨਾਂ ਸਾਰਿਆਂ ਨੂੰ ਹਕੂਕ ਉਹਨਾਂ ਨੇ ਦਿੱਤੇ ਨੇ ਤੇ ਉਹਨਾਂ ਦੀ ਚੁਰਾਟ ਬਣੀ ਹੈ। ਇਸ ਥੋੜਾ ਜਿਹਾ ਉਹਨਾਂ ਨੇ ਨਾ ਕੋਈ ਤਹਿਕੀਕੀ ਵਾਲੇ ਨਾਲ ਜਾਂ ਥੋੜਾ ਜਿਹਾ ਸਾਇ ਉਹਨੂੰ डिस्कस ਕੀਤਾ ਹੈ। अच्छा 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 जनाब फिर वो कह रहे ने मैं जिसले शुरू किया ना हीर रांझे दा तो कहने तदों शौक होया किसा जोड़न दा जदों इश्क दी गल इजहार होई माशूक दियां बांकियां शौक नैना वारिस शाह जे मजजूब कीते। वो कहते ने साड़ी होश ही उठ गई है जिस इश्क दा दी चोट बजदी है ना जी तो कई फिर बर्दाश्त नहीं कर सकते
ਤੇ ਵਾਰਿਸ ਸ਼ਾਹ ਫਕੀਰ ਦੀ ਅਕਲ ਕਿੱਥੇ, ਇਹ ਪੱਟੀਆਂ ਇਸ਼ਕ ਪੜਾਈਆਂ ਨੇ। ਵਾਰਿਸ ਸ਼ਾਹ ਨੂੰ ਮਾਰ ਨਾ ਬਾਗ ਬਰੀਏ, ਇੰਨੀ ਮਨਸ ਦੀ ਪਿਆਰੀਏ ਵਾਸਤਾ ਹੀ, ਤੈਨੂੰ ਸ਼ੌਕ ਹੈ ਤਿੰਨਾਂ ਦਾ ਬਾਗ ਬਰੀਏ, ਜਿਨ੍ਹਾਂ ਡਾਚੀਆਂ ਬਾਹਰ ਚਰਾਈਆਂ ਨੇ। ਉਹ ਕਹਿੰਦੇ ਜਿਹੜੇ ਬਾਹਰ ਮੱਝਾਂ ਲੈ ਕੇ ਫਿਰਦੇ ਨੇ ਨਾ, ਤੇਰਾ ਧਿਆਨ ਉਧਰ ਹੁੰਦਾ ਹੈ। ਤੇ ਪਰ ਉਹ ਇਹ ਉਹਨਾਂ ਨੇ ਜੀ ਕੀਤਾ ਹੈ। ਅੱਛਾ, ਇੱਕ ਜਿਹੜੀ ਸਭ ਤੋਂ ਜਨਾਬ ਅਹਿਮ ਗੱਲ ਹੈ ਨਾ ਰਾਂਝੇ ਦਾ, ਔਰ ਜਿਹੜਾ ਅਸੀਂ ਕਰੈਕਟਰ ਬਿਆਨ ਕੀਤਾ ਹੈ ਨਾ, ਇਹ ਅੱਛਾ ਜੀ, ਰਾਂਝੇ ਦਾ ਜਿਹੜਾ ਜਨਾਬ ਬਿਆਨ ਕੀਤਾ ਨਾ ਅਸੀਂ, ਉਹਦੇ ਹੁਸਨ ਦਾ ਔਰ ਪੰਜਾਬ ਦੇ ਯਾਨੀ ਜਵਾਨਾਂ ਦਾ ਇੱਕ ਕਰੈਕਟਰ ਹੈ। ਇਸੇ ਤਰ੍ਹਾਂ ਇਹਨਾਂ ਨੇ ਨਾ ਹੀਰ ਦੀ ਬੜੀ ਤਾਰੀਫ ਕੀਤੀ ਹੈ, ਹੀਰ ਵਾਰਿਸ ਸ਼ਾਹ ਨੇ, ਔਰ ਪੰਜਾਬ ਦੀ ਖਾਸ ਕਰ ਜਿਹੜੀਆਂ ਔਰਤਾਂ ਨੇ ਨਾ, ਉਹ ਉਹਦੇ ਨਾਲ ਕੰਪੇਅਰ ਕੀਤਾ ਜਾ ਸਕਦਾ ਹੈ, ਔਰ ਉਹਨਾਂ ਨੇ ਹੱਦ ਹੀ ਮੁਕਾ ਦਿੱਤੀ। ਉਹ ਹੈ ਬੜਾ ਉੱਚਾ ਕਲਾਮ ਹੈ ਜਨਾਬ, ਕਿ ਇਹ ਪੰਜਾਬ ਦੀਆਂ ਔਰਤਾਂ ਜਿਹੜੀਆਂ ਅਗਰ ਸੁਣ ਲੈਣ ਤੇ ਉਹ ਕਹਿਣਗੀਆਂ ਕਿ ਸਾਡੀ ਤਾਰੀਫ ਹੀ ਹੋ ਰਹੀ ਹੈ। ਪੀਰ ਵਾਰਿਸ ਸ਼ਾਹ ਕਹਿੰਦੇ ਨੇ ਜੀ, ਹੋਂਠ ਸੁਰਖ ਯਾਕੂਤ ਜਿਉਂ ਲਾਲ ਚਮਕਨ, ਠੋਡੀ ਸੇਬ ਵਲਾਇਤੀ ਸਿਆਰ ਵਿੱਚੋਂ। ਹੋਂਠ ਸੁਰਖ ਯਾਕੂਤ ਜਿਉਂ ਲਾਲ ਚਮਕਨ, ਠੋਡੀ ਸੇਬ ਵਲਾਇਤੀ ਸਿਆਰ ਵਿੱਚੋਂ, ਨਿਕ ਅਲਿਫ ਹੁਸੈਨੀ ਦਾ ਪੀਲਾ ਸੀ, ਸੌਰੀ ਨਕ ਅਲਿਫ, ਔਰਤਾਂ ਦੇ ਨਕ ਦੀ ਤਾਰੀਫ ਹੁੰਦੀ ਹੈ ਨਾ ਅਕਸਰ, ਨਕ ਅਲਫ ਹੁਸੈਨੀ ਦਾ ਪੀਲਾ ਸੀ, ਜ਼ੁਲਫ ਨਾਗ ਹਜ਼ਾਨੇ ਦੀ ਬਾਹਰ ਵਿੱਚੋਂ, ਦੰਦ ਚੰਬੇ ਦੀ ਲੜੀ ਕੇ ਹੰਸ ਮੋਤੀ, ਦਾਣੇ ਨਿਕਲੇ ਹੁਸਨ ਅਨਾਰ ਵਿੱਚੋਂ, ਲਿਖੀ ਚੀਨ ਕਸ਼ਮੀਰ ਤਸਵੀਰ ਜਈ, ਕਦ ਸਰੂ ਬਹਿਸ਼ਤ ਗੁਲਜ਼ਾਰ ਵਿੱਚੋਂ, ਗਰਦਨ ਕੂੰਜ ਦੀ ਉਂਗਲਾਂ ਰਵਾਨਾ ਫੈਲੀਆਂ, ਹੱਥ ਕੋਲੜੇ ਬਰਗ ਚਨਾਰ ਵਿੱਚੋਂ, ਬਾਹਾਂ ਵੇਲਣੇ ਵੇਲੀਆਂ ਘਨ ਮੱਖਣ, ਛਾਤੀ ਸੰਗੇ ਮਰਮਰ ਗੰਗ ਧਾਰ ਵਿੱਚੋਂ, ਛਾਤੀ ਠਾਠ ਦੀ ਉਬਰੀ ਪਟ ਖਲਬੂ, ਸਈਓ ਬਲਖ ਦੇ ਚਨੇ ਅੰਬਾਰ ਵਿੱਚੋਂ, ਸੁਰਹੀ ਹੋਂਠਾਂ ਦੀ ਲੋੜ ਦਾੰਦ ਸੜੇ, ਹੋਜੇ ਖੱਤਰੀ ਕਤਲ ਬਾਜ਼ਾਰ ਵਿੱਚੋਂ, ਸ਼ਾਹ ਪਰੀ ਦੀ ਭੈਣ ਪੰਜ ਫੁੱਲ ਰਾਣੀ, ਕੱਜੀ ਰੇ ਨੀ ਹੀਰ ਹਜ਼ਾਰ ਵਿੱਚੋਂ। ਉਹ ਕਹਿੰਦੇ ਨੇ ਜੀ ਇਹ ਪਰਦੇ ਵਿੱਚ ਹੀ ਰੋਵੇ ਨਾ ਅਗਰ ਤੇ ਚੰਗਾ ਹੈ, ਨਹੀਂ ਤੇ ਉਹਨਾਂ ਨੇ ਤਾਰੀਫ ਹੈ ਨਹੀਂ ਕਿ ਕਰ ਸਕੀਏ, ਬਲਕਿ ਅੱਗੇ ਉਹ ਇੱਕ ਤਨਕੀਦੀ ਜਾਇਜ਼ਾ ਉਹ ਕਹਿੰਦੇ ਨੇ ਕਿ ਹੀਰ ਦਾ ਇਹ ਸਰਾਪਾ ਪੜ੍ਹ ਕੇ ਇੱਕ ਆਮ ਬੰਦੇ ਦੇ ਜ਼ਿਹਨ ਵਿੱਚ ਇਹ ਸਵਾਲ ਪੈਦਾ ਹੁੰਦਾ ਹੈ ਕਿ ਹੀਰ ਵਾਕਈ ਇੰਨੀ ਖੂਬਸੂਰਤ ਸੀ, ਔਰ ਜਾਂ ਕੋਈ ਮੁਟਿਆਰ ਇੰਨੀ ਖੂਬਸੂਰਤ ਹੋ ਸਕਦੀ ਹੈ, ਜਾਂ ਵਾਰਿਸ ਸ਼ਾਹ ਨੇ ਸਿਰਫ ਲਫ਼ਜ਼ਾਂ ਦੀ ਬਾਜ਼ਗੀਰੀ ਤੋਂ ਸਹਿਰ ਅੰਗੇਜ਼ੀ ਦਾ ਕੰਮ ਲੈ ਲਿਆ ਹੈ। ਇਹ ਉਹਨਾਂ ਨੇ ਜਨਾਬ ਨਾ ਪਹਿਲੇ ਉਹਦਾ ਰਾਂਝੇ ਦੀ ਤਾਰੀਫ ਕੀਤੀ, ਫਿਰ ਇਹ ਹੁਣ ਮੁਟਿਆਰ ਦੀ ਤਾਰੀਫ ਕੀਤੀ ਉਹਦੀ ਹੀਰ ਦੀ। ਔਰ ਇੱਕ ਹੋਰ ਜਨਾਬ ਉਹਨਾਂ ਨੇ ਜਿਹੜਾ ਨਾ ਜਿਸ ਵੇਲੇ ਪੰਜਾਬੀ ਕਲਚਰ ਦੇ ਵਾਲੇ ਨਾਲ ਇੱਕ ਬੜੀ ਇੱਕ ਖੂਬਸੂਰਤ ਕਲਾਮ ਦਾ ਹਿੱਸਾ ਹੈ, ਉਸ 'ਚ ਸਾਰੀ ਜਿਹੜੀ ਰੂਟੀਨ ਹੈ ਨਾ ਜਵਾਨਾਂ ਦੀ ਔਰ ਮਰਦਾਂ ਦੀ ਉਹ ਇਹਦੇ 'ਚ ਬਿਆਨ ਹੋਈ। ਉਹ ਕਹਿੰਦੇ ਨੇ ਜੀ, ਚੜੀ ਚੌਕਦੀ ਨਾਲ ਜਾਂ ਟੁਰੇ, ਪਾਂਦੀ ਪਿਆਂ ਵੱਧ ਦੇ ਵਿੱਚ ਮਦਾਨੀਆਂ ਨੇ, ਉੱਠ ਗੁਸਲ ਦੇ ਵਾਸਤੇ ਜਾਨ ਦੌੜੇ, ਸੇਜਾਂ ਰਾਤ ਨੂੰ ਜਿਨ੍ਹਾਂ ਨੇ ਮਾਨੀਆਂ ਨੇ, ਹੋਈ ਸੁਬੋ ਸਾਦਕ ਜਦੋਂ ਆਨ ਰੋਸ਼ਨ, ਤਦੋਂ ਲਾਲੀਆਂ ਆਨ ਚਚਲਾਨੀਆਂ ਨੇ, ਕਾਰੋਬਾਰ ਦੇ ਵਿੱਚ ਜਹਾਨ ਹੋਇਆ, ਚਰਹੇ ਡਾਂਡੀਆਂ ਉੱਠ ਸਵਾਨੀਆਂ ਨੇ, ਟਕਨਾ ਉੱਠ ਕੇ ਰੀੜਕਾ ਪਾਤਾ, ਇੱਕ ਧੋਂਦੀਆਂ ਫਿਰਨ ਮਦਾਈਆਂ ਨੇ, ਇੱਕ ਉੱਠ ਕੇ ਬੁੱਲੀ ਤਿਆਰ ਹੋਏ, ਇੱਕ ਢੂੰਡਦੇ ਫਿਰਨ ਪ੍ਰਾਣੀਆਂ ਨੇ, ਲਈਆਂ ਕੱਢ ਹਰ ਨਾਲੀਆਂ ਬਾਲੀਆਂ ਨੇ, ਸਈਆਂ ਪੋਵੇਂ ਜਿਨ੍ਹਾਂ ਨੇ ਲਾਨੀਆਂ ਨੇ, ਪਾਣੀ ਲਾਨ ਨੂੰ ਕਾਮਿਆਂ ਖੂਹ ਜਿੱਤੇ, ਮਿੱਠੇ ਗਾਦੀ ਨੇ ਲੈਨ ਜਲਾਨੀਆਂ ਨੇ, ਵਜ਼ੂ ਸਾਜ਼ ਕੇ ਜ਼ਾਹਿਦਾਂ ਫੜੀ ਤਸਬੀਹ, ਬਾਂਗਾ ਮਸਜਿदें ਕਹਿਲੀਆਂ ਮਲਵਾਨੀਆਂ ਨੇ, ਯਾਨੀ ਉਹ ਮੌਲਵੀ ਜਿਹੜਾ ਅਜ਼ਾਨ ਦਿੰਦੇ ਨਾ ਜੀ ਉਹਦੇ 'ਚ, ਵਜ਼ੂ ਸਾਰ ਕੇ ਜ਼ਾਹਿਦਾਂ ਫੜੀ ਤਸਬੀਹ, ਬਾਂਗਾ ਮਸਜਿदें ਕਈਆਂ ਮਲਵਾਨਿਆਂ ਨੇ, ਸ਼ੁਰੂ ਹਾਫਜ਼ਾਂ ਦੌਰੇ ਕੁਰਾਨ ਕੀਤਾ, ਜਿਨ੍ਹਾਂ ਮੰਜ਼ਲਾਂ ਸੱਤ ਮੁਕਾਨੀਆਂ ਨੇ, ਤੇ ਮਲਕ ਇਸ਼ਕ ਦੇ ਹੋਏ ਰਵਾਂ ਸਾਲਿਕ, ਜਿਨ੍ਹਾਂ ਕਰਨੀਆਂ ਹਫਤ ਤਰਾਨੀਆਂ ਨੇ। ਇਹ ਬਹੁਤ ਹੀ ਜਨਾਬ ਨਾ ਇਹ ਮੈਂ ਸਮਝਣਾ ਪੂਰੇ ਪੰਜਾਬ ਦਾ ਜਿਹੜਾ ਉਹਨਾਂ ਨੇ ਕਲਚਰ ਹੈ ਨਾ, ਕਿ ਜਿਸ ਵੇਲੇ ਸੁਬਹ ਸਾਦਕ ਹੁੰਦੀ ਹੈ ਔਰ ਯਾਨੀ ਉਹ ਰੋਸ਼ਨੀ ਹੁੰਦੀ ਹੈ, ਤੇ ਉਸ ਵੇਲੇ ਜਵਾਨ ਔਰ ਬੀਬੀਆਂ ਉੱਠਦੇ ਨੇ
कोई ਲੱਸੀ ਰਿੜਕਣ ਨੂੰ ਲੱਗ ਪੈਂਦਾ ਹੈ ਤੇ ਕੋਈ ਜਿਹੜਾ ਜਨਾਬ ਉਹ ਗੁਸਲ ਕਰਕੇ ਆਪਣੇ ਕੰਮ ਨੂੰ ਟੁਰ ਪੈਂਦਾ ਹੈ ਤੇ ਮੌਲਵੀ ਸਾਹਿਬ ਜਾ ਕੇ ਅਜ਼ਾਨ ਦਿੰਦੇ ਨੇ ਤੇ ਨਮਾਜ਼ ਪੜ੍ਹਦੇ ਨੇ ਤੇ ਕਈ ਜਿਹੜੇ ਨੇ ਜਾ ਕੇ ਹਲ ਲੈ ਕੇ ਤੇ ਖੇਤਾਂ 'ਚ ਚਲੇ ਜਾਂਦੇ ਨੇ ਔਰ ਫਿਰ ਉਹ ਕਹਿੰਦੇ ਨੇ ਜੀ ਜਿਹੜੇ ਹਾਫਜ਼ ਔਰ ਮੁੱਲਾ ਨੇ ਉਹਨਾਂ ਨੇ ਆਪਣੀ ਮੰਜ਼ਿਲ ਤਿਆਰ ਕਰਨੀ ਹੁੰਦੀ ਹੈ ਜਿਹੜੇ ਕਿਸੇ ਤਰਾਵੀਆਂ ਪੜ੍ਹਾਉਣੀਆਂ ਨੇ ਅਗਰ ਰਮਜ਼ਾਨ ਹੈ ਤੇ ਇਸ ਤਰ੍ਹਾਂ ਉਹ ਸਾਰਾ ਹੀ ਨਾ ਜੀ ਉਹਨਾਂ ਨੇ ਕਲਚਰ ਪੰਜਾਬੀ ਦਾ ਬਿਆਨ ਕਰ ਦਿੱਤਾ ਹੈ ਇਹਦੇ ਵਿੱਚ ਉਹਨਾਂ ਨੇ ਵਾਰਿਸ ਸ਼ਾਹ ਦਾ ਜੀ ਇਹ ਜਿਹੜਾ ਨਾ ਇਹਦੇ ਵਿੱਚ ਜਨਾਬ ਦੋ ਚਾਰ ਜਿਹੜੇ ਨਾ ਲਾਈਨਾਂ ਇੱਕ ਅਦਬੀ ਜਿਹਾ ਇੱਕ ਪਹਿਰਾ ਹੈ ਉਹ ਮੈਂ ਜ਼ਰੂਰ ਪੜ੍ਹਨਾ ਚਾਹੁੰਦਾ ਵਾਂ ਉਹ ਕਹਿੰਦੇ ਜੀ ਵਾਰਿਸ ਸ਼ਾਹ ਦੀ ਹੀਰ ਵਿੱਚ 5 ਦਰਿਆਵਾਂ ਦਾ ਚਾਂਦੀ ਰੰਗਾ ਪਾਣੀ ਇਹਦਾ ਖੂਬਸੂਰਤ ਅਸੀਂ ਇਹਦਾ ਅਦਬੀ ਰੰਗ ਮੈਂ ਇਸ ਵਕਤ ਪੇਸ਼ ਕਰ ਰਿਹਾ ਵਾਰਿਸ ਸ਼ਾਹ ਦੀ ਹੀਰ ਵਿੱਚ 5 ਦਰਿਆਵਾਂ ਦਾ ਚਾਂਦੀ ਰੰਗਾ ਪਾਣੀ ਪੰਜਾਬ ਦੀ ਭੂਰੀ ਮਿੱਟੀ ਨਾਲ ਰਲ ਕੇ ਸੋਨੇ ਰੰਗੀਆਂ ਕਣਕਾਂ ਚਾਂਦੀ ਰੰਗੀਆਂ ਕਪਾਵਾਂ ਹਰੀਆਂ ਕਚੂਰ ਮਕਈਆਂ ਤੇ 8-8 ਫੁੱਟ ਕਮਾਦਾਂ ਨੂੰ ਜਨਮ ਦਿੰਦਾ ਦਿਖਾਈ ਦਿੰਦਾ ਹੈ 8-8 ਫੁੱਟ ਦੇ ਨਾ ਜੀ ਗੰਨੇ ਦੇ ਅੱਛਾ ਜ਼ਮੀਂਦਾਰ ਹਲ ਬੰਦੇ ਜ਼ਮੀਂਦਾਰ ਅੱਛਾ ਜ਼ਮੀਂਦਾਰ ਹਲ ਬੰਦੇ ਪਾਣੀ ਲਾਂਦੇ ਫਸਲਾਂ ਵੱਢਦੇ ਬੋਲ ਗਾਉਂਦੇ ਕਟਾਈਆਂ ਕਰਦੇ ਅਡਾਈਆਂ ਕਰਦੇ ਮੌਸਲ ਬਣਾਉਂਦੇ ਨਜ਼ਰ ਆਉਂਦੇ ਨੇ ਟਕੀਆਂ ਦੇ ਗਲਾਂ ਵਿੱਚ ਘੰਟੀਆਂ ਦੀ ਟਨ ਬਾਲਾਂ ਦੇ ਪੀਂਘਾਂ ਝੂਟਣ ਦੀ ਚੂੰ ਕਕਲੀ ਦੇ ਚਾਂਟੀ ਰਾਤ ਨੂੰ ਬਕਾਏ ਵਿੱਚ ਨੱਚਦੀਆਂ ਮਟਿਆਰਾਂ ਦੀਆਂ ਅਡੀਆਂ ਨਾਲ ਧਰਤੀ ਨੂੰ ਕੰਮਾਂ ਦੇਣ ਵਾਲੀ ਵੈਰੀਆਂ ਵਿੱਚ ਬੈਠੇ ਸਿਆਣਿਆਂ ਦੀਆਂ ਪੰਚਾਇਤਾਂ ਇਹ ਵੀ ਪੰਜਾਬ ਦਾ ਕਲਚਰ ਹੈ ਜੀ ਕਿ ਲੜਾਈ ਹੋ ਜਾਏ ਤੇ ਉਹ ਜਾਂਦੇ ਕਹਿੰਦੇ ਨੇ ਉਹ ਚਲੋ ਜੀ ਚੌਧਰੀ ਕੋਲ ਚੱਲ ਕੇ ਤੇ ਪਰਿਆ ਮੁਕਾ ਲਈਏ ਚੜੀ ਚੌਕਦੀ ਨਾਲ ਦੁੱਧ ਪਿਆ ਮਦਾਨੀਆਂ ਦੀਆਂ ਮੱਦਰ ਤਾਨਾ ਫਜਰੀ ਮਸੀਤ ਵਿੱਚ ਬਾਲਾਂ ਦੇ ਕੁਰਾਨ ਪੜਨ ਤਰੰਜਨੀ ਚਰਹੀਆਂ ਦੀ ਗੋਗਰ ਢੋਲੇ ਮਾਈਏ ਗਾਂਦੇ ਝੀਲ ਗੱਭਰੂ ਮੇਲਿਆਂ ਢੇਲਿਆਂ ਵਿੱਚ ਭੰਗੜਾ ਪਾਉਂਦੇ ਤੇ ਕਸ਼ਤੀਆਂ ਲੜਦੇ ਜਵਾਨ ਜੰਜਾਂ ਦੀ ਚੜਤਲ ਵੇਲੇ ਆਤਿਸ਼ਬਾਜ਼ੀ ਦੀ ਠਾਠਾ ਵਾਜੇ ਤੂਤੀਆਂ ਸ਼ਹਿਨਾਈਆਂ ਦਾ ਸ਼ੋਰ ਮਰਾਸਨਾਂ ਦੇ ਗੀਤ ਤੇ ਕੁੜੀ ਦੀਆਂ ਸਹੇਲੀਆਂ ਦੀਆਂ ਸੱਠਣਾ ਕੁੜੀ ਮੁੰਡੇ ਦਾ ਗਾਣਾ ਖੇਡਣਾ ਤੇ ਲਾਗੀਆਂ ਤੇ ਕਮੀ ਕਮੀਨ ਦਾ ਲਾਗ ਲੈਣਾ ਫਕੀਰਾਂ ਦਰਵੇਸ਼ਾਂ ਤੇ ਭਗਤਾਂ ਦੀ ਮੰਨਤਾ ਅਗਰ ਸਾਨੂੰ ਆਪਣੀ ਜ਼ਿੰਦਗੀ ਦਾ ਹਰ ਪੱਖ ਵਾਰਿਸ ਸ਼ਾਹ ਦੀ ਹੀਰ ਵਿੱਚ ਦਿਖਾਈ ਦਿੰਦਾ ਇਹ ਜਨਾਬ ਹੀਰ ਵਾਰਿਸ ਸ਼ਾਹ ਦਾ ਜਿਹੜਾ ਫਲਸਫਾ ਹੈ ਨਾ ਜੀ ਸਾਰਾ ਇਹ ਇਹਨਾਂ ਨੇ ਬਿਆਨ ਕਰ ਦਿੱਤਾ ਹੈ ਅੱਛਾ ਹੁਣ ਥੋੜਾ ਜਿਹਾ ਜਨਾਬ ਫਿਰ ਸ਼ਾਇਰੀ ਵੱਲ ਆ ਜਾਂਦੇ ਆ ਉਸ ਵੇਲੇ ਜਨਾਬ ਬੜੀਆਂ ਲੜਾਈਆਂ ਛੜਾਈਆਂ ਵੀ ਹੋ ਰਹੀਆਂ ਸਾਂ ਜਿਸ ਤਰ੍ਹਾਂ ਸਿੱਖਾਂ ਦਾ ਤੇ ਆਇਆ ਨਾ ਉਹ ਕਹਿੰਦੇ ਜੀ ਪਿਆ ਮੁਲਕ ਦੇ ਵਿੱਚ ਸੀ ਬੜਾ ਰੌਲਾ ਜਿਸ ਵੇਲੇ ਜਿਸ ਤਰ੍ਹਾਂ ਸਾਡੇ ਮੁਲਕ ਵਿੱਚ ਵੀ ਅੱਜ ਕੱਲ੍ਹ ਹੈ ਨਾ ਜੀ ਕੋਈ ਇਕਨੋਮਿਕ ਕ੍ਰਾਈਸਿਸ ਨੇ ਤੇ ਪਿਆ ਮੁਲਕ ਦੇ ਵਿੱਚ ਸੀ ਬੜਾ ਰੌਲਾ ਹਰ ਕਿਸੇ ਦੇ ਹੱਥ ਤਲਵਾਰ ਹੋਈ ਜਦੋਂ ਦੇਸ਼ ਦੇ ਜੱਟ ਸਰਦਾਰ ਆਏ ਗਰੋ ਗਰੀ ਜਾਵੇਂ ਬਹਾਰ ਹੋਈ ਥੋੜੇ ਮੈਨੂੰ ਵੀ ਦੇ ਦੇ ਯਾਰ ਅੱਛਾ ਜੀ ਭਾਜੀ ਇਹ ਵਾਰਿਸ ਸ਼ਾਹ ਦਾ ਇਹ ਪਿਆ ਮੁਲਕ ਦੇ ਵਿੱਚ ਸੀ ਬੜਾ ਰੌਲਾ ਹਰ ਕਿਸੇ ਦੇ ਹੱਥ ਤਲਵਾਰ ਹੋਈ ਜਦੋਂ ਦੇਸ਼ ਦੇ ਜੱਟ ਸਰਦਾਰ ਆਏ ਕਰੋ ਕਰੀ ਜਾਵੇਂ ਬਹਾਰ ਹੋਈ ਉਹ ਕਹਿੰਦੇ ਨੇ ਕਿ ਜੱਟਾਂ ਤੋਂ ਮੁਰਾਦ ਸਿੱਖ ਨੇ ਜਿਹੜੇ ਗਰੀਬ ਤੇ ਨੱਤੇ ਲੋਕਾਂ ਦਾ ਇਸਤਿਸਾਲ ਕਰਕੇ ਖੁਦ ਬੜੀਆਂ ਜਗੀਰਾਂ ਦੇ ਮਾਲਕ ਬਣ ਗਏ ਉਹ ਸਿੱਖਾਂ ਨੇ ਕੀਤੀ ਨਾ ਜੀ ਲੁੱਟਮਾਰ ਤੇ ਉਹ ਚੌਧਰੀ ਉਹ ਬਣ ਗਏ ਤੇ ਦੂਜਿਆਂ ਨੂੰ ਵੀ ਥੋੜਾ ਹਿੱਸਾ ਮਿਲ ਗਿਆ ਤੇ ਉਹ ਕਹਿੰਦੇ ਨੇ ਕਿ ਇਹ ਘਰੋ ਘਰੀ ਬਾਹਰ ਆ ਗਈ ਫਿਰ ਕਹਿੰਦੇ ਨੇ ਜੀ ਉਸੇ ਪਰਾਏ ਚ ਅਸ਼ਰਾਫ ਹਰਾਬ ਕਮੀਨ ਤਾਜ਼ਾ ਜ਼ਮੀਂਦਾਰ ਨੂੰ ਵੱਡੀ ਬਹਾਰ ਹੋਈ ਚੋਰ ਚੌਧਰੀ ਯਾਰ ਨੀ ਪਾਕ ਦਾਮਨ ਭੂਤ ਮੰਡਲੀ 1-2-4 ਹੋਈ ਇਹ ਜਨਾਬ ਉਹਨਾਂ ਨੇ ਕਹਿੰਦੇ ਨੇ ਜੀ ਵਾਰਿਸ ਸ਼ਾਹ ਅਬਲੀਸ ਦੀ ਸ਼ਕਲ ਕਹਿ ਦੋ
ਵਾਰਿਸ ਸ਼ਾਹ ਅਬਲੀਸ ਦੀ ਸ਼ਕਲ ਕਹਿ ਦੋ, ਇਹੋ ਮੋਲ ਹੈ ਸਭ ਬਖੇੜਿਆਂ ਦਾ। ਉਹ ਕਹਿੰਦੇ ਜੀ ਸਾਰੀ ਜਿਹੜਾ ਫਸਾਦ ਦੀ ਜੜ ਹੈ ਨਾ, ਉਹ ਇਹ ਕੈਦੋ ਹੈ, ਜਿਹੜਾ ਵਿਲਨ ਹੈ। ਉਹ ਟੋਹ ਲਾ ਕੇ ਫਿਰਦਾ ਸੀ ਰਾਂਝੇ ਦੇ ਮਗਰ, ਕਿ ਜਿੱਧਰ ਜਾਂਦਾ ਸੀ ਨਾ ਤੇ ਉਹਦੀ ਗੱਲ ਨਹੀਂ ਉਹਨੇ ਬਣਨ ਦਿੱਤੀ ਅਖੀਰ ਤੱਕ। ਅੱਛਾ, ਫਿਰ ਜਨਾਬ ਹੋਰ ਮਾਸ਼ਰੇ ਦੀਆਂ ਜਿਹੜੀਆਂ ਨੇ ਨਾ ਕੁਛ ਚੀਜ਼ਾਂ, ਉਹਦੇ ਉੱਤੇ ਵਾਰਿਸ ਸ਼ਾਹ ਰੋਸ਼ਨੀ ਪਾਉਂਦੇ ਨੇ। ਕਹਿੰਦੇ ਜੀ ਝੂਠਿਆਂ ਸੱਚਿਆਂ ਚੁਗਲੀਆਂ ਮੇਲ ਕੇ ਤੇ ਕਰੋ ਕਰੀ ਤੂੰ ਲੋਟੀਆਂ ਲਾਉਣਾ ਏ, ਪਿਓ ਪੁੱਤਰਾਂ ਤੂੰ ਯਾਰ ਯਾਰ ਕੋਲੋਂ ਮਾਵਾਂ ਧੀਆਂ ਨੂੰ ਪਹਾੜ ਵਿਖਾਣਾ ਏ। ਇਹ ਕਹਿਦੋ ਨੂੰ ਸਲਾਮ ਪੇਸ਼ ਕਰ ਰਹੇ ਨੇ ਵਾਰਿਸ ਸ਼ਾਹ। ਉਹ ਕਹਿੰਦੇ ਨੇ ਕਿ ਇਹ ਜਿਹੜਾ ਸ਼ੈਤਾਨ ਹੈ ਨਾ, ਇਬਲੀਸ ਜਿਹੜਾ ਹੈ, ਇਹ ਝੂਠਿਆਂ ਸੱਚਿਆਂ ਨੂੰ ਮਿਲਾ ਦਿੰਦਾ ਹੈ, ਲੇਕਿਨ ਪੁੱਤਰਾਂ ਪਿਓਾਂ ਨੂੰ ਤੇ ਮਾਵਾਂ ਭੈਣਾਂ ਨੂੰ ਲੜਾ ਦਿੰਦਾ ਹੈ। ਆਪ ਛੇੜ ਕੇ ਪਿੱਛੋਂ ਦੀ ਫੇਰੇ ਰੋਂਦਾ, ਇਹੋ ਚੱਜ ਹੈ ਮਾਵਾਂ ਪੈੜਿਆਂ ਦਾ। ਵਾਰਿਸ ਸ਼ਾਹ ਮੀਆਂ ਵੇਖੋ ਟੰਗ ਲੰਗੀ ਸ਼ੈਤਾਨ ਦੀ ਕਲਾ ਜਗਾਉਂਦੀ ਏ। ਵਾਰਿਸ ਸ਼ਾਹ ਪਰਾਈਆਂ ਝੁੱਗੀਆਂ ਨੂੰ ਅੱਗ ਲਾ ਲੰਗੇ ਹੋਰੀ ਸਕਦੇ ਨੇ। ਵਾਰਿਸ ਸ਼ਾਹ ਨਾ ਬੇਟੀਆਂ ਜਿਨ੍ਹਾਂ ਜਨੀਆਂ ਕਦਰ ਜਾਣਨ ਨਹੀਂ ਜਵਾਈਆਂ ਦੀਆਂ। ਉਹ ਕਹਿੰਦੇ ਜੀ ਕੋਈ ਇਹ ਤੇ ਫਿਰ ਜਿਹਨਾਂ ਦੀ ਕੋਈ ਬੇਟੀਆਂ ਹੁੰਦੀਆਂ ਨੇ ਨਾ, ਉਹਨਾਂ ਨੂੰ ਪਤਾ ਹੁੰਦਾ ਜਵਾਈ ਕੀ ਹੁੰਦੇ ਨੇ, ਵਗਰਨਾ ਇਹ ਮੁਆਸ਼ਰੇ ਦੀ ਬੇਸਬਾਤੀ ਹੈ। ਫਿਰ ਜੀ ਹੋਰ ਉਹ ਕਹਿੰਦੇ ਨੇ ਕਿ ਵਾਰਿਸ ਰਨ ਫਕੀਰ ਤਲਵਾਰ ਘੋੜਾ ਚਾਰੇ ਥੋਕ, ਇਹ ਕਿਸੇ ਦੇ ਯਾਰ ਨਹੀਂ। ਅਸੀਂ ਭੂਤ ਦੀ ਅਕਲ ਗਵਾ ਦੀਏ, ਸਾਨੂੰ ਲਾ ਬਬੂਤ ਡਰਾਉਣਾ ਹੈ। ਉਹ ਕਹਿੰਦੇ ਨੇ ਸਾਨੂੰ ਐਵੇਂ ਡਰਾਉਂਦੇ ਰਹਿੰਦੇ ਨੇ, ਲੇਕਿਨ ਇਹ ਅਸਲ ਮੈਸੇਜ ਜਿਹੜਾ ਹੈ ਨਾ, ਇਹ ਕੋਈ ਮੁਆਸ਼ਰੇ ਦੇ ਲੋਕਾਂ ਨੂੰ ਹੈ ਕਿ ਤਲਵਾਰ ਘੋੜਾ ਔਰ ਔਰਤ ਦੇ ਜਿੰਨੇ ਮਾਮਲਾਤ ਨੇ ਇਹਦੇ ਵਿੱਚ ਥੋੜੀ ਜਿਹੀ ਇਹਤਿਆਤ ਵਰਤਣੀ ਚਾਹੀਦੀ ਹੈ। ਰਿਸ਼ਤਾ ਕਰਨ ਲੱਗਿਆਂ ਜਾਂ ਦੋਸਤੀ ਕਰਨ ਲੱਗਿਆਂ ਜਾਂ ਘੋੜਾ ਖਰੀਦਣ ਲੱਗਿਆਂ ਔਰ ਜਾਂ ਤਲਵਾਰ ਜਾਂ ਕੋਈ ਔਜ਼ਾਰ ਵੀ ਖਰੀਦਣਾ ਤੇ ਉਹਨੂੰ ਚੈੱਕ ਕਰਕੇ। ਇਹ ਜਨਾਬ ਕੀ ਕੋਈ ਟਾਈਮ ਦਾ ਕੋਈ ਹੈ ਜੀ? ਸਾਡੇ ਕੋਲ ਹਾਲੀ ਨਾ 10 ਮਿੰਟ ਹੋਰ ਤੱਕ ਸਕਦੇ। ਅੱਛਾ ਅੱਛਾ 7-8 ਮਿੰਟ। अच्छा जी जी मैं ऐसे बताइए। अच्छा 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 जी। ਉਹ ਹੁਣ ਜਨਾਬ ਜਿਹੜਾ ਪਹਿਲਾ ਸ਼ੁਰੂ ਕੀਤਾ ਸੀ ਨਾ ਅੱਲਾ ਨਾਲ ਰਿਸ਼ਤਾ ਔਰ ਸਾਰਾ, ਤੇ ਉਹ ਕਹਿੰਦੇ ਨੇ ਜੀ ਰੱਬ ਜੇੜ ਨਾ ਕੋਈ ਹੈ ਜਾਗਦਾ, ਯਾਨੀ ਬੰਦਾ ਆਪਣੇ ਆਪ ਨੂੰ ਅੱਲਾ ਦੇ ਸਪੁਰਦ ਕਰਕੇ ਸੋਵੇਂ ਔਰ ਬੈਠੇ ਤੇ ਫੇਰ ਹੀ ਹੈ। ਰੱਬ ਜੇੜ ਨਾ ਕੋਈ ਜਾਗਦਾ, ਤਾਂ ਜ਼ਮੀਨ ਜੇੜ ਨਾ ਕਿਸੇ ਦੀ ਸਾਬਰੀ, ਮੱਝੀ ਜੇੜ ਨਾ ਕਿਸੇ ਦੇ ਹੋਣ ਜਿਹੜੇ, ਰਾਜ ਹਿੰਦ ਪੰਜਾਬ ਨਾ ਬਾਬਰੀ ਏ। ਬੁਰਾ ਕਸਬ ਨਾ ਨੌਕਰੀ ਜੇੜ ਕੋਈ, ਯਾਦ ਹੱਕ ਦੀ ਜੇੜ ਅਕਾਬਰੀ ਏ। ਮੌਤ ਜੇੜ ਨਾ ਸਖਤ ਹੈ ਕੋਈ ਚਿੱਠੀ, ਉਥੇ ਕਿਸੇ ਦੀ ਨਹੀਂ ਨਾ ਨਾਬਰੀ ਏ। ਮਾਲਜ਼ਾਦਿਆਂ ਜੇੜ ਨਾ ਕਸਬ ਪੈੜਾ, ਕਮਜ਼ਾਤ ਨੂੰ ਹੁਕਮ ਹੈ ਖਾਬਰੀ ਦੇ। ਵਾਰਿਸ ਸ਼ਾਹ ਵਸਾ ਕੀ ਜ਼ਿੰਦਗੀ ਦਾ, ਐਵੇਂ ਰਾਏਗਸ ਉਮਰ ਕਿਉਂ ਹਾਰਨੇ ਹਾਂ। ਵਾਰਿਸ ਸ਼ਾਹ ਵਸਾ ਕੀ ਜ਼ਿੰਦਗੀ ਦਾ, ਐਵੇਂ ਰਾਏਗਾ ਉਮਰ ਕਿਉਂ ਹਾਰਨੇ ਹਾਂ। ਵਾਰਿਸ ਸ਼ਾਹ ਵਸਾ ਕੀ ਜ਼ਿੰਦਗੀ ਦਾ, ਸਾਡੀ ਉਮਰ ਹੈ ਨਕਸ਼ ਪਤਾਸ਼ਿਆਂ ਤੇ। ਵਾਰਿਸ ਸ਼ਾਹ ਮੀਆਂ ਲੋਹਾ ਹੋਏ ਸੋਨਾ, ਜਿੱਥੇ ਕੀਮੀਆਂ ਦੇ ਨਾਲ ਬੈਠਿਆ ਏ। ਵਾਰਿਸ ਸ਼ਾਹ ਵਸਾ ਕੀ ਜਿਉਣੇ ਦਾ, ਬੰਦਾ ਬੱਕਰਾ ਹੱਥ ਕਸਾਈਆਂ ਦੇ। ਉਹ ਕਹਿ ਰਹੇ ਨੇ ਜੀ ਬੰਦਾ ਜਿਹੜਾ ਨਾ ਕਿਸੇ ਦੇ ਕਾਬੂ ਨਾ ਆ ਜਾਏ। ਉਹ ਯਾਨੀ ਉਹ ਇਸ ਦਾਸਤਾਨ ਦੇ ਵਿੱਚ ਇੱਕ ਮੈਸੇਜ ਇਹ ਵੀ ਹੈ ਕਿ ਰਾਂਝਾ ਘਰੋਂ ਲੜ ਕੇ ਤੇ ਗਿਆ ਆਪਣੇ ਇਸ਼ਕ ਜਾਂ ਮੁਹੱਬਤ ਦੇ ਵਿੱਚ, ਵਾਪਸ ਆਇਆ ਤੇ ਉਹਨਾਂ ਨੇ ਭਰਾਵਾਂ ਨੇ ਤੇ ਭੈਣਾਂ ਨੇ ਤੇ ਭਰਜਾਈਆਂ ਨੇ ਫਿਰ ਜੋ ਉਹਦੇ ਨਾਲ ਕੀਤਾ ਨਾ, ਜਾਇਦਾਦ ਵੀ ਨਾ ਦਿੱਤੀ ਤੇ ਉਹ ਫਿਰ ਰੁੱਲ ਕੇ ਅੱਗੋਂ ਰਿਹਾ ਏ। ਤੇ ਉਹ ਕਹਿੰਦੇ ਨੇ ਕਿ ਬੰਦਾ ਕਿਤੇ ਫਸ ਨਾ ਜਾਏ, ਤੇ ਫਿਰ ਜਿਹੜਾ ਫਸ ਜਾਏ ਉਹਦਾ ਫਿਰ ਹਾਲ ਹੀ ਹੁੰਦਾ ਜਿਹੜਾ ਰਾਂਝੇ ਦਾ ਹੋਇਆ ਸੀ। ਇਸ ਤੋਂ ਇਲਾਵਾ ਜਨਾਬ
ਇੱਕ ਮਹੀਨੇ ਦਾ ਜਨਾਬ ਜ਼ਿਕਰ ਕੀਤਾ ਉਹਨਾਂ ਨੇ, ਜਿਸ ਤਰ੍ਹਾਂ ਉਹਨਾਂ ਨੇ ਬਾਬਾ ਬੁੱਲੇ ਸ਼ਾਹ ਨੇ ਹਰ ਮਹੀਨੇ ਦਾ ਕੀਤਾ ਨਾ, ਪੰਜਾਬੀ ਮਹੀਨਿਆਂ ਦਾ, ਇਸ ਤਰ੍ਹਾਂ ਇਹਨਾਂ ਨੇ ਕੀਤਾ ਹੈ ਕਿ ਜੇਠ ਮਹੀਨਾ ਤੇ ਸਿਆਲ ਨੂੰ ਵਾਓ ਮੰਦੀ ਕੱਕ ਮਾਘ ਵਿੱਚ ਮਨਾ ਹਨੇਰੀਆਂ ਨਹੀਂ, ਯਾਨੀ ਇਹਨਾਂ ਮਹੀਨਿਆਂ ਵਿੱਚ ਕਹਿੰਦੇ ਨੇ ਕਿ ਕੋਈ ਕਾਰੋਬਾਰ ਵਗੈਰਾ ਠੰਡਾ ਹੁੰਦਾ ਹੈ, ਤੇ ਰੋਵਨ ਵਿਆਹ ਵਿੱਚ ਗਾਉਣਾ ਵਿੱਚ ਸਿਆਪੇ 70 ਮਜਲਸਾਂ ਕਰਨ ਮੰਦੇਰੀਆਂ ਨਹੀਂ, ਤੇ ਚੁਗਲੀ ਹਾਮਦਾਂ ਦੀ ਬਦੀ ਨਾਲ ਮਈਏ ਖਾ ਲੋਨ ਹਰਾਮ ਬਦਖੇਰੀਆਂ ਨਹੀਂ, ਹੁਕਮ ਹੱਥ ਕਮਜ਼ਾਦ ਦੇ ਸੌਣ ਦੇਣਾ ਨਾਲ ਦੋਸਤਾਂ ਕਰਨੀਆਂ ਵੈਰੀਆਂ ਨੇ, ਬਿਨਾਂ ਹੁਕਮ ਦੇ ਮਰਨ ਨਾ ਉਹ ਬੰਦੇ ਸਾਬਤ ਜਿਨ੍ਹਾਂ ਦੇ ਰਿਜ਼ਕ ਦੀਆਂ ਟੇਰੀਆਂ ਨੇ। ਇਹ ਜਨਾਬ ਬੜੀ ਵੱਡੀ ਗੱਲ ਹੈ। ਇਸ 'ਚ ਸਰਕਾਰ ਵਾਰਿਸ ਸ਼ਾਹ ਕਹਿੰਦੇ ਨੇ ਕਿ ਉਹ ਔਰਤਾਂ ਜਿਹੜੀਆਂ ਆਪਣੇ ਹਾਮਦਾਂ ਦੀਆਂ ਚੁਗਲੀਆਂ ਲਾਉਂਦੀਆਂ ਨੇ ਨਾ, ਉਹਨਾਂ ਨੂੰ ਉਹਨਾਂ ਨੇ ਬੜਾ ਬੁਰਾ ਭਲਾ ਹੱਥੋਂ ਲਿਆ ਹੈ। ਤੇ ਦੂਸਰਾ ਉਹ ਆਉਂਦੇ ਨੇ ਕਿ ਜਿਹੜਾ ਜ਼ਿੰਦਗੀ 'ਚ ਜਾਂ ਮੁਆਸ਼ਰੇ 'ਚ ਚੁਗਲੀ ਲਾਣਾ ਨਾ, ਹਾਂਜੀ, ਹਾਮਦਾਂ ਦੀ ਚੁਗਲੀ ਲਾਣਾ ਉਹ ਵੀ ਬੜੀ ਬੁਰੀ ਗੱਲ ਹੈ, ਤੇ ਦੋਸਤਾਂ ਨੂੰ ਵੀ ਧੋਖਾ ਦੇਣਾ ਉਹ ਵੀ ਬੜੀ ਬੁਰੀ ਗੱਲ ਹੈ। ਤੇ ਉਹ ਕਹਿੰਦੇ ਨੇ ਕਿ ਸਾਬਤ ਉਹ ਹੀ ਰਹਿੰਦੇ ਨੇ, ਬਿਨਾਂ ਹੁਕਮ ਦੇ ਮਰਨ ਨਾ ਉਹ ਬੰਦੇ ਸਾਬਤ ਜਿਨ੍ਹਾਂ ਦੇ ਰਿਜ਼ਕ ਦੀਆਂ ਟੇਰੀਆਂ ਨੇ, ਕਿ ਜਿਨ੍ਹਾਂ ਅੱਲਾਹ ਦੇ ਨਾਲ ਯਾਰੀ ਲਾਈਏ ਨਾ, ਉਹਨਾਂ ਦੇ ਘਰ ਵੀ ਸਲਾਮਤ ਰਹਿੰਦੇ ਨੇ, ਤੇ ਉਹਨਾਂ ਦੇ ਜਿਹੜੇ ਨੇ ਨਾ ਕੁਝ ਸ਼ਿਕਾਇਤਾਂ ਵੀ ਮੁਆਸ਼ਰੇ 'ਚ ਘੱਟ ਹੀ ਹੁੰਦੀਆਂ ਨੇ। ਉਹ ਆਉਂਦੇ ਨੇ ਆਪਣਾ ਸਾਫ ਸੁਥਰੀ ਜ਼ਿੰਦਗੀ ਗੁਜ਼ਾਰਦੇ ਨੇ। ਤੇ ਉਹ ਜਨਾਬ ਨਾ ਉਹ ਨਾਲ ਇਹ ਵੀ ਕਹਿੰਦੇ, ਜਿਸ ਮਰਦ ਨੂੰ ਸ਼ਰਮ ਨਾ ਹੋਵੇ ਗੈਰਤ, ਉਸ ਮਰਦ ਦੀ ਚੰਗੀਆਂ ਤੇਵੀਆਂ ਨੇ। ਜੋਗੀ ਨਾਲ ਨਾ ਰਨ ਦਾ ਟੁਰੇ ਟੋਣਾ, ਜ਼ੋਰ ਨੀ ਦਾ ਚੜੇ ਅਗਤ ਨਹੀਂ, ਯਾਰੀ ਸੋਂਦੀ ਨਹੀਂ ਸੁਹਾਗਣਾ ਨੂੰ, ਰੰਡੀ ਰਨ ਨੂੰ ਸੋਂਦੀ ਨੱਥ ਨਹੀਂ। ਉਹ ਕਹਿੰਦੇ ਜੀ ਸੁਹਾਗਣ ਦਾ, ਮੈਂ ਉਸ ਦਿਨ ਵੀ ਅਸੀਂ ਇੱਕ ਪ੍ਰੋਗਰਾਮ ਕੀਤਾ ਨਾ ਸੁਲਤਾਨ ਬਾਹੂ ਦਾ, ਉਹਦੇ ਵਿੱਚ ਮੈਂ ਇੱਕ ਹਿੰਦੀ ਦਾ ਸ਼ੇਰ ਪੜ੍ਹਿਆ ਸੀ ਕਿ ਕਹਿਤਾ ਹੈ ਸਿੰਦੂਰ ਤੇਰਾ, ਤੇਰੀ ਬਿੰदिया कहती है लाखों में कोई एक सुहागन सदा सुहागन रहती है। ਕਿ ਜਿਹਨੇ ਆਪਣੇ ਆਪ ਨੂੰ ਬਚਾ ਕੇ ਰੱਖਣਾ ਹੈ ਨਾ ਦੁਨੀਆਦਾਰੀ ਤੋਂ, ਔਰ ਥੋੜਾ ਜਿਹਾ ਜਿਹੜੇ ਮਜਾਜ਼ ਦੇ ਵਿੱਚੋਂ, ਤੇ ਉਹ ਫਿਰ ਕਾਮਯਾਬੀ ਨਾਲ ਲੰਘ ਜਾਂਦੇ ਨੇ। ਇਸ ਤੋਂ ਇਲਾਵਾ ਜੀ ਉਹ ਇਹ ਬੜੀ ਵੱਡੀ ਗੱਲ ਆ ਗਈ ਹੈ, ਇਹ ਕਲਾਈਮੈਕਸ ਹੈ ਜੀ ਇਸ ਕਲਾਮ ਦਾ ਜਿਹੜਾ ਆ ਰਿਹਾ ਕਿ ਪਾਈਆਂ ਪਾਜਨਾ ਮਜਲਸਾਂ ਸੌਂਦੀਆਂ, ਉਹਨਾਂ ਜੀ ਜਿਸ ਭਰਾ ਨਹੀਂ ਨਾ ਜੀ ਹੁੰਦੇ ਤਾਂ ਮਜਲਸ ਨਹੀਂ ਰਹਿੰਦੀ। ਕੋਈ ਪਾਈਆਂ ਬਾਜ ਨਾ ਮਜਲਸਾਂ ਸੌਂਦੀਆਂ ਨੇ, ਇਤੇ ਪਾਈਆਂ ਬਾਜ ਬਹਾਰਾਂ ਨਹੀਂ। ਉਹਨਾਂ ਨੇ 12 ਹੁੰਦੀਆਂ ਨੇ, 12 ਪਾਈਆਂ ਨਾਲ ਤੇ 11 ਨਾਲ, ਜਿਹੜਾ ਬਣਿਆ ਨਾ ਜੀ 11 ਨਾਲ ਬਹਾਰਾਂ। ਪਾਈਆਂ ਬਾਜ ਨਾ ਮਜਲਸਾਂ ਸੋ ਹੁੰਦੀਆਂ ਨੇ, ਇਤੇ ਪਾਈਆਂ ਬਾਜ ਬਹਾਰ ਨਹੀਂ, ਭਾਈ ਮਰਨ ਤੇ ਪਾਉਂਦੀਆਂ ਪੇਜ ਬਾਵਾਂ। ਹਾਂ, ਭਾਈ ਮਰਨ ਤੇ ਪੈਂਦੀਆਂ ਭੱਜ ਬਾਵਾਂ, ਆਂਦੇ ਨਾ ਬਾਵਾਂ ਟੁੱਟ ਜਾਂਦੀਆਂ ਨੇ। ਬਿਨਾਂ ਬਾਈਆਂ ਪਰੇ ਪਰਵਾਜ਼ ਨਹੀਂ, ਕਹਿੰਦੇ ਨੇ ਉਹਨਾਂ ਤੋਂ ਬਗੈਰ ਫਿਰ ਪਰਵਾਜ਼ ਨਹੀਂ ਹੁੰਦੀ। ਇਹ ਲੋਕ ਬਰਾਦਰੀਆਂ ਨੂੰ ਔਰ ਭਰਾਵਾਂ ਨੂੰ ਇਸੇ ਵਕਤ ਅਹਿਮੀਅਤ ਦਿੰਦੇ ਨੇ। ਸਾਡੇ ਪੰਜਾਬ ਦਾ ਜਿਹੜਾ ਕਲਚਰ ਹੈ ਕਿ ਇਹ ਜਿਹੜਾ ਬਰਾਦਰੀ ਸਿਸਟਮ ਹੈ ਜਾਂ ਫੈਮਿਲੀ ਸਿਸਟਮ ਹੈ, ਖਾਸ ਕਰ ਜੁਆਇੰਟ ਫੈਮਿਲੀ ਸਿਸਟਮ ਵਿੱਚ ਵੀ ਅਸੀਂ ਉਹਨੂੰ ਹਰਾਜੇ ਤਸੀਨ ਪੇਸ਼ ਕਰਨੇ ਆ ਕਿ ਉਹਦੇ ਵਿੱਚ ਫਾਇਦੇ ਜ਼ਿਆਦਾ ਹੁੰਦੇ ਨੇ। ਤੇ ਇਕੱਲਾ ਹੋ ਜਾਏ ਬੰਦਾ ਤੇ ਫਿਰ ਉਹਦੀ ਜ਼ਿੰਦਗੀ ਮੁਸ਼ਕਿਲ ਹੋ ਜਾਂਦੀ ਹੈ। ਤੇ ਉਹ ਰਲ ਮਿਲ ਕੇ ਜਿਹੜਾ ਨਾ ਜੀ ਪੰਜਾਬ ਦਾ, ਇਹ ਵਾਰਿਸ ਸ਼ਾਹ ਦਾ ਜਿਹੜਾ ਪੰਜਾਬ ਹੈ ਨਾ ਜੀ, ਐਕਚੁਅਲੀ ਇਹ ਪੰਜਾਬ ਦਾ ਕਲਚਰ ਹੈ, ਭਾਈਆਂ ਦਾ ਕਲਚਰ ਹੈ, ਫੈਮਿਲੀ ਕਲਚਰ ਹੈ, ਪਿੰਡਾਂ ਦਾ ਕਲਚਰ ਹੈ। ਤੇ ਉਹਨਾਂ ਨੇ ਇਹਨਾਂ ਨੂੰ ਬੜਾ ਤੰਬੀਹ ਕੀਤੀ ਹੈ ਸਾਨੂੰ ਕਿ ਜੀ ਇਹ ਰਲ ਮਿਲ ਕੇ ਤੇ ਇਤਫਾਕ ਨਾਲ ਰਹਿਣਾ ਚਾਹੀਦਾ। ਇਹ ਜਨਾਬ ਵਾਰਿਸ ਸ਼ਾਹ ਦਾ ਪੈਗਾਮ ਹੈ। ਔਰ ਜੀ ਇਹ ਇੱਕ ਬੜਾ ਖੂਬਸੂਰਤ ਬੰਦੇ ਤੇ ਇਹਦੇ ਤੋਂ ਬਾਅਦ ਫਿਰ ਤੁਹਾਨੂੰ ਕਹਿੰਦੇ ਨੇ ਜੀ, ਰੱਬ ਝੂਠ ਨਾ ਕਰੇ ਜੇ ਹੋਵੇ ਰਾਂਝਾ, ਤਾਂ ਮੈਂ ਚੋੜ ਹੋਈ ਮੈਨੂੰ ਪਟਿਆ ਸੋ। ਹੀਰ ਕਹਿੰਦੀ ਏ ਕਿ ਰੱਬ ਝੂਠ ਨਾ ਕਰੇ ਜੇ ਹੋਵੇ ਰਾਂਝਾ, ਤਾਂ ਮੈਂ ਚੋੜ ਹੋਈ ਮੈਨੂੰ ਪਟਿਆ ਸੋ। ਯਾਨੀ ਉਹ ਜਿਹੜਾ ਸੀ ਨਾ ਜੋਗੀ ਜਿਸ ਪਹੁੰਚਦਾ ਨਾ ਉੱਥੇ, ਤੇ ਉਹਨੂੰ ਕਹਿੰਦੇ ਕਿ ਜੋਗੀ ਨਹੀਂ, ਇਹ ਅਸਲ ਰਾਂਝਾ ਹੈ।
ਅੱਗੇ ਅਗ ਫਿਰਾਕ ਦੀ ਸਾੜ ਸੁੱਟੀ, ਸੜੀ ਬਿੱਲੀ ਨੂੰ ਮੋੜ ਕੇ ਫਟਿਆ ਸੂ, ਨਾਲੇ ਰਨ ਗਈ ਨਾਲੇ ਕੰਨ ਪਾਟੇ, ਅੱਖ ਇਸ਼ਕ ਥੀ ਨਫਾ ਕੀ ਖਟਿਆ ਸੂ, ਮੇਰੇ ਵਾਸਤੇ ਦੁਖੜੇ ਫਿਰੇ ਜਰਦਾ, ਲੋਹਾ ਤਾਂ ਜੇ ਨਾਲ ਚਟਿਆ ਸੂ। ਉਹ ਕਹਿੰਦੀ ਕਿ ਮੇਰੇ ਵਾਸਤੇ ਇਹਨੇ ਲੋਹੇ ਵੀ ਚੁੱਕੇ ਨੇ ਤੇ ਸਾਰਾ ਕੰਮ ਕੀਤਾ। ਅੱਛਾ ਜੀ। ਬਕਲ ਵਿੱਚ ਚੋਰੀ ਚੋਰੀ ਹੀਰ ਰੋਵੇ, ਗੜਾ ਨੀਰ ਦਾ ਚਾਹ ਪਲਟਿਆ ਸੂ, ਹੋਇਆ ਚਾਕ ਪਿੰਡੇ ਮਿਲੀ ਹਾਕ ਰਾਂਝੇ, ਲਾ ਨੰਗ ਨਾਮੂਸ ਨੂੰ ਸਟਿਆ ਸੂ, ਵਾਰਿਸ ਸ਼ਾਹ ਇਸ਼ਕ ਦੇ ਵੰਜ ਵਿੱਚੋਂ ਜਫਾ ਜਾਲ ਕੀ ਖਟਿਆ ਵਟਿਆ ਸੂ, ਖਾਸ ਤੌਰ ਤੇ ਇਹ ਬੰਦੇ ਹਰ ਪੜਨ ਸੁਣਨ ਵਾਲੇ ਦੇ ਕਲੇਜੇ ਨੂੰ ਹੱਥ ਪਾ ਲੈਂਦਾ ਏ। ਹੀਰ ਆਖਦੀ ਜੋਗੀਆ ਝੂਠ ਆਖੀ, ਕੌਣ ਰੁੱਠੜੇ ਯਾਰ ਮਿਲਾਉਂਦਾ ਏ। ਇਹ ਕੋਈ ਨਾ ਮਿਲਿਆ ਮੈਂ ਢੂੰਡ ਥੱਕੀ, ਜਿਹੜਾ ਗਿਆ ਨੂੰ ਮੋੜ ਲਿਆਉਂਦਾ ਏ। ਸਾਡੇ ਜੰਮਦਿਆਂ ਜੀਤਿਆਂ ਕਰੇ ਕੋਈ, ਜਿਹੜਾ ਜਿਉਂਦਾ ਰੋਗ ਗਵਾਉਂਦਾ ਏ। ਭਲਾ ਦੱਸ ਖਾਂ ਚੀਰਾਂ ਵੱਛਿਆਂ ਨੂੰ, ਕਦੋਂ ਰੱਬ ਸੱਚਾ ਗਰੀ ਲਿਆਉਂਦਾ ਏ। ਹਾਂਜੀ। ਸਾਡੇ ਜੰਮਦਿਆਂ ਜੀਤਿਆਂ ਕਰੇ ਕੋਈ, ਜਿਹੜਾ ਜਿਉਂਦਾ ਰੋਗ ਗਵਾਉਂਦਾ ਏ। ਭਲਾ ਦੱਸ ਖਾਂ ਚਰੀ ਵੱਛਿਆਂ ਨੂੰ, ਕਦੋਂ ਰੱਬ ਸੱਚਾ ਘਰ ਲਿਆਉਂਦਾ ਏ। ਭਲਾ ਮੋਏ ਤੇ ਵਿਛੜੇ ਕੌਣ ਮੇਲੇ, ਐਵੇਂ ਜੋੜਾ ਲੋਕ ਦਿਲਾਉਂਦਾ ਏ। ਇੱਕ ਬਾਜ਼ ਥੂ ਕਲਾਉਂ ਨੇ ਕੂੰਜ ਕੋਹੀ, ਵੇਖਾਂ ਚੁੱਪ ਹੈ ਕਿ ਕਰਲਾਉਂਦਾ ਏ। ਇੱਕ ਜੱਟ ਦੇ ਖੇਤ ਨੂੰ ਅੱਗ ਲੱਗੀ। ਇਹ ਹੁਣ ਨਾ ਪੰਜਾਬ ਦੀ ਗੱਲ ਹੋ ਰਹੀ ਹੈ ਅਸਲ 'ਚ। ਇੱਕ ਜੱਟ ਦੇ ਖੇਤ ਨੂੰ ਅੱਗ ਲੱਗੀ, ਵੇਖਾਂ ਆਨ ਕਦੋਂ ਬੁਝਾਉਂਦਾ ਏ। ਦੀਆਂ ਚੋਰੀਆਂ ਜਿਵੇਂ ਬਾਲ ਦੇਵੇ, ਵਾਰਿਸ ਸ਼ਾਹ ਜੀ ਸਨਾ ਮੈਂ ਆਉਂਦਾ ਏ। ਇਹ ਜਨਾਬ ਮੇਰਾ ਖਿਆਲ ਹੈ ਕਿ ਇਹ ਉਹਨਾਂ ਨੇ ਨਾ ਜਿਹੜੀ ਉਹ ਜਿੰਨੀ ਵੀ ਹੈ ਸੀ ਨਾ ਹਿਜਰ ਫਿਰਾਕ, ਉਹ ਸਾਰੇ ਨੂੰ ਵਾਰਿਸ ਸ਼ਾਹ ਨੇ ਇਹਦੇ 'ਚ ਸਮੋ ਦਿੱਤਾ ਹੈ। ਤੇ ਇਹਦੇ ਵਿੱਚ ਯਾਨੀ ਉਹ ਹੀਰ ਆਪਣਾ ਰੋਣਾ ਰੋ ਰਹੀ ਹੈ ਤੇ ਕਿ ਰਾਂਝਾ ਜਿਹੜਾ ਉਹ ਆਪਣੇ ਰੋਣੇ ਨੂੰ ਰੋਂਦਾ ਪਿਆ। ਤੇ ਉਹ ਕਹਿੰਦੇ ਨੇ ਕਿ ਜਿਹੜੀਆਂ ਮੱਝਾਂ ਜਾਂ ਗਾਵਾਂ ਚਰਦਿਆਂ ਚਰਦਿਆਂ ਕਿ ਟੁੱਟ ਜਾਂਦੀਆਂ ਨੇ ਨਾ, ਤੇ ਉਹਨਾਂ ਨੂੰ ਕੌਣ ਲੈ ਕੇ ਆਉਂਦੇ, ਉਹ ਫਿਰ ਵਾਪਸ ਨਹੀਂ ਆਉਂਦੀਆਂ। ਤੇ ਕੈਦੋ ਦਾ ਵੀ ਹੋ ਗਿਆ ਜਨਾਬ। ਔਰ ਲਓ ਜੀ, ਇਹ ਨਾ ਇੱਕ ਆਖਰੀ ਗੱਲ ਏ, ਇਹ ਇਹ ਇਲਮ ਦੇ ਬਾਰੇ ਵਿੱਚ। ਜਿਸ ਤਰ੍ਹਾਂ ਉਹ ਅਸੀਂ ਪੜ੍ਹਿਆ ਨਾ ਕਿ ਬਈ ਕੋਈ ਥੋੜਾ ਜਿਹਾ ਇਲਮ ਪੜ੍ਹ ਲੇ ਤੇ ਉਹਨੂੰ ਥੋੜਾ ਜਿਹਾ ਜ਼ੌਮ ਹੋ ਜਾਂਦਾ ਹੈ। ਵਾਰਿਸ ਸ਼ਾਹ ਨੇ ਵੀ ਨਾ ਇਹਦੇ ਉੱਤੇ ਥੋੜੀ ਜਿਹੀ ਰੋਸ਼ਨੀ ਪਾਈ ਹੈ। ਉਹ ਕਹਿੰਦੇ ਨੇ ਹੱਦ ਬੁਹਲ ਨਾ ਕਿਸੇ ਦੇ ਨਾਲ ਕੀਤਾ, ਹੱਦ ਬੁਹਲ ਨਾ ਕਿਸੇ ਦੇ ਨਾਲ ਕੀਤਾ, ਜੋ ਕਿਸੇ ਦਾ ਨਹੀਂ ਸਤਾਇਆ ਏ। ਇਲਮ ਆਪਣੇ ਦਾ ਹਿੱਸਾ ਵੰਡ ਦਿੱਤਾ, ਨਾ ਹੀ ਬੁਹਲ ਕੰਜੂਸ ਸਦਾਇਆ ਏ। ਉਹ ਕਹਿੰਦੇ ਨੇ ਮੇਰੇ ਕੋਲ ਜੋ ਕੁਛ ਹੈ ਸੀ ਨਾ, ਉਹ ਮੈਂ ਆਵਾਮ ਦੀ ਨਜ਼ਰ ਕਰ ਛੜਿਆ। ਇਲਮ ਆਪਣੇ ਦਾ ਹਿੱਸਾ ਵੰਡ ਦਿੱਤਾ। ਉਹ ਕਹਿੰਦੇ ਜਿਹੜਾ ਮੈਨੂੰ ਅੱਲਾ ਨੇ ਦਿੱਤਾ ਹੈ, ਉਹ ਮੈਂ ਇਸ ਦਾਸਤਾਨ ਦੇ ਜ਼ਰੀਏ ਆਵਾਮ ਤੱਕ ਪਹੁੰਚਾ ਦਿੱਤਾ ਹੈ, ਤੇ ਬੁਖਲ ਵੀ ਨਹੀਂ ਕੀਤਾ। ਤੇ ਬਾਕੀ ਪੜ੍ਹਨ ਵਾਲੇ ਤੇ ਸੁਣਨ ਵਾਲੇ ਜਿਹੜੇ ਨੇ ਉਹ ਉਹਨਾਂ ਤੇ ਛੱਡ ਦਿੰਦੇ ਨੇ ਬਾਜ਼ ਔਕਾਤ। ਲਓ ਜੀ, ਬਾਕੀ ਹੁਣ ਤੁਸੀਂ ਆਪਣਾ ਹਾਜ਼ਰੀਨ ਚ ਸ਼ਕੀਲ ਸਾਹਿਬ ਨੂੰ ਔਰ ਦੂਸਰੇ ਸਾਹਿਬਾਨ ਨੂੰ ਵੀ ਜਿਹੜੇ ਸ਼ਾਮਲ ਹੋਣਾ ਚਾਹੁੰਦੇ ਨੇ, ਖੁਸ਼ ਆਮਦੀਦ ਹੈ ਜੀ। ਜੀ ਆਇਆਂ ਨੂੰ। ਕੋਈ ਕਲਾਮ ਪੜ੍ਹਨਾ ਚਾਹੁੰਦੇ ਹੋ ਜਾਂ ਕੋਈ ਸਾਡੇ ਵਿੱਚ ਕੋਈ ਕਮੀ ਰਹਿ ਗਈ ਤੇ ਸਾਨੂੰ ਦੱਸ ਦਿਓ ਜੀ, ਇਹ ਰਹਿ ਗਿਆ ਤੇ ਉਹਨੂੰ ਫਿਰ ਅਸੀਂ ਦੁਬਾਰਾ ਕਰ ਲਾਂਗੇ। ਬਿਸਮਿल्लाह। ਵਾਰਿਸ ਸ਼ਾਹ ਦਾ ਜਿਹੜਾ ਕਲਾਮ ਹੈ ਨਾ ਜੀ, ਇਹ ਅਫਾਕੀ ਕਲਾਮ ਹੈ ਔਰ ਇਹ ਬਹੁਤ ਹੀ ਮੁਆਸ਼ਰੇ ਦੀ ਅਕਾਸੀ ਕਰਦਾ ਹੈ। ਔਰ ਇਹਦਾ ਹਰ ਮੈਂ ਸਮਝਣਾ ਸਾਡੇ ਨਾ ਜਿਸ ਤਰ੍ਹਾਂ ਇੰਪੋਰਟੈਂਟ ਲਾਜ਼ਮੀ ਸਬਜੈਕਟ ਹੈ ਨਾ, ਪੰਜਾਬੀ ਨੂੰ ਵੀ ਐਜ਼ ਇੱਕ ਜ਼ਰੂਰੀ ਸਬਜੈਕਟ ਸ਼ਾਮਿਲ ਕਰਨਾ ਚਾਹੀਦਾ, ਤਾਂ ਕਿ ਪੰਜਾਬ ਦੇ ਕਮ ਅਜ਼ ਕਮ ਜਿਹੜੇ ਸਾਡੇ ਆਉਣ ਵਾਲੀਆਂ ਨਸਲਾਂ ਨੇ ਉਹ ਆਪਣੇ ਯਾਨੀ ਜਿਹੜਾ ਸਾਡਾ ਅਦਬ ਹੈ ਉਹਦੇ ਉੱਤੇ ਕਮ ਅਜ਼ ਕਮ ਮੁਤਾਰਫ ਰਹਿਣ। तो जी वो जिसले
जोगी बनता है ना रांझा, ਤੇ ਉਹਦੇ ਕੋਲ ਲੋਕ ਨਾ ਉਹਨੂੰ ਦਰਵੇਸ਼ ਸਮਝ ਕੇ ਦਿਖਾਉਂਦੇ ਨੇ, ਤੇ ਉਹਦੇ ਕੋਲੋਂ ਫਿਰ ਉਹ ਆਪਣੀਆਂ ਮੰਨਤਾਂ ਮੰਨਦੇ ਨੇ ਜਾਂ ਗੱਲ ਕਰਦੇ ਨੇ, ਤੇ ਉਹ ਬੜਾ ਮਜ਼ੇਦਾਰ। ਉਹ ਕਹਿੰਦੇ ਨੇ ਜੀ, ਜਾਏ ਬਨ ਖੜਾ ਹੱਥ ਪੀਰ ਅੱਗੇ, ਤੁਸੀਂ ਲਾਡਲੇ ਪਰਵਰਦਿਗਾਰ ਦੇ ਹੋ। ਸੈਤੀ ਜਾਂਦੀ ਏ, ਫਿਰ ਹੀਰ ਜਾਂਦੀ ਏ, ਤੇ ਉਹ ਕਹਿੰਦੇ ਨੇ ਕਿ ਤੁਸੀਂ ਅੱਲਾ ਦੇ ਪਿਆਰੇ ਬੰਦੇ ਹੋ। ਜਾਏ ਬਨ ਖੜਾ ਹੱਥ ਪੀਰ ਅੱਗੇ, ਤੁਸੀਂ ਲਾਡਲੇ ਪਰਵਰਦਿਗਾਰ ਦੇ ਹੋ। ਤੁਸੀਂ ਫਕਰ ਅੱਲਾ ਦੇ ਪੀਰ ਪੂਰੇ ਵਿੱਚ ਰੇਖ ਦੇ ਮੀਹ ਨੂੰ ਮਾਰਦੇ ਹੋ। ਹਵਾਏ ਦੁਆ ਕਬੂਲ ਪਿਆਰਿਆਂ ਦੀ, ਦੀਨ ਦੁਨੀ ਦੇ ਕੰਮ ਸਵਾਰਦੇ ਹੋ। ਅੱਠੇ ਪੈਰ ਹੁਦਾਏ ਦੀ ਯਾਦ ਅੰਦਰ, ਤੁਸੀਂ ਨਫਸ ਸ਼ੈਤਾਨ ਨੂੰ ਮਾਰਦੇ ਹੋ। ਹੁਕਮ ਰੱਬ ਦੇ ਤੁਸੀਂ ਨਹੀਂ ਬਾਹਰ, ਪੀਰ ਹਾਸ ਹਜ਼ੂਰ ਦਰਬਾਰ ਦਿਓ। ਮੇਰੀ ਨੂੰਹ ਨੂੰ ਸੱਪ ਦਾ ਅਸਰ ਹੋਇਆ, ਤੁਸੀਂ ਕੀਲ ਮੰਤਰ ਸੱਪ ਮਾਰਦੇ ਹੋ। ਲੜੇ ਜਾਂ ਉਹ ਨਾ ਜਿਹੜੀ ਸਹਿਤੀ ਸੀ ਨਾ, ਉਹਨੂੰ ਮਹਿਲ ਸੱਪ ਲੜਿਆ ਸੀ, ਤੇ ਉਹ ਫਿਰ ਔਰਤਾਂ ਗਈਆਂ ਕਿ ਜੀ ਇਸ ਤਰ੍ਹਾਂ ਲੜੇ ਜਾਨ ਬੇੜੇ ਉਹ ਗੁਨਾਹਗਾਰਿਆਂ ਦੇ, ਕਰੋ ਫਜ਼ਲ ਤਾਂ ਪਾਰ ਉਤਾਰਦੇ ਹੋ। ਤੇਰੇ ਚਿੱਲਿਆਂ ਨੂੰ ਮੇਰੀ ਜਿਉਂਦੀ ਹੈ ਲਗਾ ਦਾਮਨ, ਸੋ ਤੁਸੀਂ ਤਾਰਦੇ ਹੋ। ਵਾਰਿਸ ਸ਼ਾਹ ਦੇ ਉਜ਼ਰ ਮਾਫ ਕਰਨੀ, ਬਖਸ਼ਣਾ ਬੰਦੇ ਗੁਨਾਹਗਾਰ ਦਿਓ। ਉਹ ਕਹਿੰਦੇ ਨੇ ਜੀ ਕਿ ਸਾਨੂੰ ਨਾ ਕੋਈ ਮਿਹਰਬਾਨੀ ਕਰੋ। ਤੇ ਅੱਗੋਂ ਜਵਾਬ ਜਨਾਬ ਜੋਗੀ ਦਿੰਦਾ ਹੈ, ਉਹ ਜਿਹੜਾ ਪੀਰ ਬਣਿਆ ਨਾ ਜੀ ਰਾਂਝਾ, ਉਹੀ ਛੜ ਦੇਸ ਜਹਾਨ ਉਜਾੜ ਮਿਲੀ, ਅਜੇ ਜੱਟ ਨਹੀਂ ਪਛਾੜ ਛੱਡਦੇ ਨੇ। ਅਸਾਂ ਛੱਡਿਆ ਇਹ ਨਾ ਮੋਲ ਛੱਡਣ, ਖੇੜੇ ਮੁੱਢ ਕਦੀਮ ਦੇ ਹਟਦੇ ਨੇ। ਲਿਆ ਪਈ ਮੇਰੇ ਉੱਤੇ ਝਾੜੀਆਂ, ਦੇ ਪਾਸ ਜਾਹਨ ਨਹੀਂ ਪੰਜ ਗੜਦੇ ਨੇ। ਵਾਰਿਸ ਸ਼ਾਹ ਜਹਾਨ ਤੋਂ ਇੱਕ ਪੇ, ਅੱਜ ਕੱਲ ਫਕੀਰ ਹੁਣ ਲੱਦਦੇ ਨੇ। ਉਹ ਕਹਿੰਦੇ ਨੇ ਕਿ ਹੁਣ ਤਾਂ ਫਕੀਰ ਬੈਠੇ ਨੇ ਤੇ ਪੀਰ ਬੈਠੇ ਨੇ, ਤੇ ਮੈਨੂੰ ਤੁਸੀਂ ਐਵੇਂ ਹੀ ਕਰ ਰਹੇ ਹੋ ਕਿ ਜੀ ਮੈਂ ਬੜਾ ਪਹੁੰਚਿਆ ਵਾਂ। ਤੇ ਇਹ ਜਨਾਬ ਉਹਨਾਂ ਨੇ ਨਾ ਉਹਨੂੰ ਬੜਾ ਦਿੱਤਾ ਏ। ਲੋ ਜੀ, ਇੱਕ ਹੀ ਜਿਹੜਾ ਨਾ, ਇਹ ਮੇਰਾ ਹਾਲੇ ਜ਼ਰੂਰ ਪੜ੍ਹਨਾ ਚਾਹੀਦਾ ਸੀ, ਜਿਹੜਾ ਕਿ ਸਾਡਾ ਇਹਦੇ ਚ ਨਾ ਇਹ ਵੀ ਤਫਸੀਲ ਪੀਰਾਨੇ ਬਜ਼ੁਰਗਾਨ ਅਜ਼ਾਂ ਹਾ ਗ੍ਰਿਫਤਨ ਮੁਰਾਦ ਜੁਦਾ ਜੁਦਾ। ਇਹਦੇ ਵਿੱਚ ਨਾ ਉਹਨਾਂ ਨੇ ਕਈ ਪੀਰਾਂ ਦਾ ਜ਼ਿਕਰ ਕੀਤਾ ਹੈ। ਯਾਨੀ ਵਾਰਿਸ ਸ਼ਾਹ ਦਾ ਜਿਹੜਾ ਕਲਾਮ ਦਾ ਕਰਕਸ ਹੈ ਨਾ, ਸੂਫੀਆਂ ਨੂੰ ਜਿਹੜਾ ਹਰਾਜਤ ਸਿੰਘ ਪੇਸ਼ ਕੀਤਾ ਹੈ, ਇਹ ਰਹਿ ਚੱਲਾ ਸੀ, ਤੇ ਇਹ ਨਾ ਅਸੀਂ ਪੇਸ਼ ਕਰਦੇ ਨੇ ਆ। ਹਾਜਾ ਹਿਜ਼ਰ ਤੇ ਸ਼ਕਰਗੰਜ, ਹਾਜਾ ਹਿਜ਼ਰ ਤੇ ਸ਼ਕਰਗੰਜ, ਨੂਰ ਗੋਹਰੀ ਮੁਲਤਾਨ ਦਾ ਜ਼ਿਕਰ ਜਾਂ ਪੀਰ ਨੂਰੀ। ਹਾਂਜੀ ਸੌਰੀ, ਹਾਜਾ ਹਿਜ਼ਰ ਤੇ ਸ਼ਕਰਗੰਜ, ਨੂਰ ਗੋਹਰੀ ਮੁਲਤਾਨ ਦਾ ਜ਼ਿਕਰਿਆ ਪੀਰ ਨੂਰੀ। ਇੱਕ ਲਾਈਨ ਵਿੱਚ ਹੀ ਨਾ ਜੀ ਉਹਨੇ ਕਈ ਪੀਰਾਂ ਦਾ ਜ਼ਿਕਰ ਕਰ ਛੜਿਆ। ਹਾਜਾ ਹਿਜ਼ਰ ਤੇ ਸ਼ਕਰਗੰਜ, ਨੂਰ ਗੋਹਰੀ ਮੁਲਤਾਨ ਦਾ ਜ਼ਿਕਰਿਆ ਪੀਰ ਨੂਰੀ। ਹੋਰ ਸੈਯਦ ਜਲਾਲ ਬੁਖਾਰਿਆ ਸੀ, ਅਤੇ ਲਾਲ ਸ਼ਬਾਜ਼ ਬਹਿਸ਼ਤ ਹੁਰੀ। ਤੁਰਾ ਹਿਜ਼ਰ ਰੁਮਾਲ ਸ਼ਕਰਗੰਜ ਬਖਸ਼ਿਆ, ਮੁੰਦਰੀ ਲਾਲ ਸ਼ਬਾਜ਼ ਨੇ ਨੂਰ ਨੂਰੀ। ਹੰਜਰ ਸੈਯਦ ਜਲਾਲ ਬੁਖਾਰੀਏ ਨੇ, ਖੁੰਡੀ ਜ਼ਿਕਰੀਏ ਪੀਰ ਨੇ ਹਿਕ ਬੁਰੀ। ਤੈਨੂੰ ਭੇੜ ਪਵੇ ਕਰੀ ਯਾਦ ਜੱਟਾ। ਹਾਂਜੀ, ਤੈਨੂੰ ਭੇੜ ਪਵੇ ਕਰੀ ਯਾਦ ਜੱਟਾ, ਨਹੀਂ ਜਾਣੀ ਅਸਾਂ ਥੀ ਪਲਕ ਦੂਰੀ। ਉਹ ਕਹਿੰਦੇ ਨੇ ਦੂਰ ਨਾ ਜਾਈ। ਇਹ ਜਨਾਬ ਉਹਨਾਂ ਦਾ ਨਾ ਸਾਰਿਆਂ ਨੂੰ ਉਹਨਾਂ ਨੇ ਹਰਾਜਤ ਤਹਿਸੀਨ ਪੇਸ਼ ਕਰ ਦਿੱਤਾ ਹੈ। ਔਰ ਪੰਜ ਪੀਰ ਦਾ ਵੀ ਹੈ ਜੀ, ਜਿਹੜਾ ਨਾ ਕਿ ਬੇਲੇ ਰੱਬ ਦਾ ਨਾਵਾਂ ਲੈ ਜਾ ਵੜਿਆ। ਬੇਲੇ ਰੱਬ ਦਾ ਨਾਵਾਂ ਲੈ ਜਾ ਵੜਿਆ, ਹੋਇਆ ਧੁੱਪ ਦੇ ਨਾਲ ਜ਼ਹੀਰ ਮੀਆਂ। ਉਮਦੀ ਨੇਕ ਸਾਥ ਰੁਜੂ ਆਨ ਹੋਈ, ਮਿਲੇ ਰਾਹ ਜਾਂਦੇ ਪੰਜ ਪੀਰ ਮੀਆਂ। ਬੱਚਾ ਖਾਚੂਰੀ ਚੂ ਮਜਬੂਰੀ, ਜਿਉ ਵਿੱਚ ਨਾ ਹੋ ਦਿਲਗੀਰ ਮੀਆਂ। ਕਾਈ ਨਿਡੜੀ ਸੋਨੀ ਕਰੋ ਬਖਸ਼ਿਸ਼, ਪੂਰੇ ਰੱਬ ਦੇ ਹੋ ਤੁਸੀਂ ਪੀਰ ਮੀਆਂ। ਹੀਰ ਬਖਸ਼ੀ ਦਰਗਾਹ ਥੀ ਤਦ ਤਾਈਂ, ਸਾਨੂੰ ਯਾਦ ਕਰੇ
ਪਵੇ ਭੀੜ ਮੀਆਂ, ਉਹ ਕਹਿੰਦੇ ਨੇ ਜੀ ਜ਼ਮਾਨਾ ਯਾਦ ਕਰੇ। ਇਹ ਜਨਾਬ ਨਾ ਥੋੜੀ ਜੀ ਇੱਕ ਕਾਵਿਸ਼ ਸੀ ਜਿਹੜੀ ਪੇਸ਼ ਕੀਤੀ ਹੈ। ਹਾਂ ਜੀ ਜੀ, ਲੋ ਜੀ, ਸਾਡੀ ਅੱਜ ਦੀ ਜਿਹੜੀ ਨਿਸ਼ਿਸਤ ਹੈ ਇਹ ਨਾਮੀ ਨਿਸ਼ਿਸਤ ਸੀ ਕੁੱਲੀ ਤੌਰ ਤੇ, ਔਰ ਤਕਰੀਬਨ ਕਾਫੀ ਅਸੀਂ ਬਜ਼ੁਰਗਾਂ ਨੇ, ਖਾਸ ਕਰ ਜਿਹੜੇ ਸੂਫੀ ਸ਼ੋਰਾ ਨੇ, ਉਹਨਾਂ ਦਾ ਅਸੀਂ ਮੁਤਾਲਿਆ ਕੀਤਾ ਤੇ ਤੁਹਾਡੀ ਖਿਦਮਤ 'ਚ ਪੇਸ਼ ਕੀਤਾ। ਤੇ ਅਗਲੀ ਨਿਸ਼ਿਸਤ ਜਿਹੜੀ ਹੋਵੇਗੀ ਉਹ ਰੂਮੀ ਕਸ਼ਮੀਰ ਉਹਨਾਂ ਨੂੰ ਕਹਿੰਦੇ ਨੇ, ਉਹਨਾਂ ਦੇ ਮਜ਼ਾਰ ਤੇ ਮੈਨੂੰ ਹਾਜ਼ਰੀ ਦੇਣ ਦਾ ਮੌਕਾ ਮਿਲਿਆ ਹੈ। ਖੜੀ ਸ਼ਰੀਫ ਸਰਕਾਰ ਆਰਿਫ ਖੜੀ ਸ਼ਰੀਫ ਕਹਿੰਦੇ ਨੇ, ਔਰ ਰੂਮੀ ਕਸ਼ਮੀਰ ਕਹਿੰਦੇ ਨੇ। ਹਜ਼ਰਤ ਮੀਆਂ ਮੁਹੰਮਦ ਬਖਸ਼ ਦੇ ਉੱਤੇ ਇਨਸ਼ਾਅੱਲਾ ਅਗਲਾ ਪ੍ਰੋਗਰਾਮ ਨਿਸ਼ਿਸਤ ਕਰਾਂਗੇ, ਔਰ ਉਹਨਾਂ ਦੇ ਕਲਾਮ ਤੋਂ ਖੁਦ ਵੀ ਮੁਸਤਫੀਜ਼ ਹੋਵਾਂਗੇ, ਤੁਹਾਨੂੰ ਵੀ ਪੇਸ਼ ਕਰਾਂਗੇ। ਬਹੁਤ ਸ਼ੁਕਰੀਆ ਜੀ, ਸਭ ਤੋਂ ਜਨਾਬ ਸਾਨੂੰ ਇਜਾਜ਼ਤ ਜਨਾਬ, ਸਲਾਮਤ ਰਹੋ। चंडा लाल कलंदर तेरा चंडा लाल कलंदर अर्ज दे अंदर झूले 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 कलंदर